ਸ੍ਰੀ ਵਾਹਿਗੁਰੂ ਜੀ। ਆਸਣ ਲੋਏ ਲੋਏ ਭੰਡਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਜੋ ਜਥੇ ਵਿੱਚ ਲੜੀਵਾਰ ਕਥਾ ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਨਾਲ ਪ੍ਰਾਰੰਭ ਹੋਈ ਵੀ ਹੈ। ਜਪਜੀ ਸਾਹਿਬ ਦੇ ਵਿੱਚ ਪਿੱਛੇ 30 ਪੌੜੀਆਂ ਹੋ ਚੁੱਕੀਆਂ ਨੇ। 31ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ ਹੈ। ਸੋ ਆਓ, ਜਿਸ ਪ੍ਰਕਾਰ ਸਿੱਧਾਂ ਨੇ ਪ੍ਰਸ਼ਨ ਕੀਤਾ ਹੈ, ਸਿੱਧਾਂ ਦੇ ਮਨ ਦੇ ਵਿੱਚ ਇਹ ਅਖੀਰ ਤੱਕ ਇਹੀ ਗੱਲ ਰਹੀ ਵੀ ਜੇ ਜੋਗ ਮਤ ਧਾਰਨ ਕਰ ਲੈਣ, ਐਸਾ ਜੋਗੀ ਕਲੀਮੇ ਹਮਾਰਾ ਪੰਥ ਕਰੇ ਉਜਾਲਾ। ਇਹ ਉਹਨਾਂ ਦਾ ਤਰਲਾ ਸੀ। ਕਦੇ ਉਹਨਾਂ ਨੇ ਆਈ ਪੰਥ ਦੇ ਸ਼੍ਰੋਮਣ ਮੰਨਣ ਦੀਆਂ ਗੱਲਾਂ ਕੀਤੀਆਂ, ਸਭ ਤੋਂ ਵੱਡਾ ਮੰਨ ਲਵਾਂਗੇ। ਗੁਰੂ ਸਾਹਿਬ ਉੱਤਰ ਦਿੰਦੇ ਜਾਂਦੇ। ਉਹਨਾਂ ਨੇ ਕਿਹਾ, ਮਹਾਰਾਜ ਜੇ ਤੁਸੀਂ ਯੋਗ ਮਤ ਧਾਰਨ ਕਰ ਲਵੋ, ਥਾਂ ਥਾਂ ਤੁਹਾਡੇ ਆਸਣ ਲੱਗ ਜਾਣਗੇ, ਲੋਕੀ ਪੂਜਾ ਕਰਨਗੇ, ਕਾਰ ਭੇਟਾ ਦੇਣਗੇ, ਭੰਡਾਰੇ ਕਰਾਇਆ ਕਰਨਗੇ। ਕੁਝ ਸਿੱਧਾਂ ਦਾ ਵਿਚਾਰ ਸੀ ਕਿ ਇਹ ਦੱਸੋ ਜੀ, ਜਿਵੇਂ ਸਾਡੇ ਭੰਡਾਰੇ ਚੱਲਦੇ ਆ, ਆਸਣ ਅਸੀਂ ਲਾਉਨੇ ਆ, ਤੇ ਉਹ ਪਰਮਾਤਮਾ ਦੇ ਵੀ ਇਸ ਤਰ੍ਹਾਂ ਦੇ ਕੋਈ ਭੰਡਾਰਿਆਂ ਦੀ ਆਸਣ ਦੀ ਵਿਚਾਰ ਹੈ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਪੌੜੀ ਉਚਾਰਨ ਕੀਤੀ, ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਆਸਣ ਲੋਏ ਲੋਏ ਭੰਡਾਰ। ਮਾਰੇ ਕਹਿੰਦੇ ਹੈ ਸਿੱਧੋ, ਉਸ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਜੋ ਹੈ, ਤੇ ਉਹਨਾਂ ਦਾ ਸਾਰਿਆਂ ਲੋਕਾਂ ਦੇ ਵਿੱਚ, ਲੋਕਾਂ ਦੇ ਵਿੱਚ ਆਸਣ ਹੈ। ਸਾਰਿਆਂ ਲੋਕਾਂ ਦੇ ਵਿੱਚ ਉਹਦਾ ਭੰਡਾਰ ਹੈ। ਬ੍ਰਹਮ ਲੋਕ ਦੇ ਵਿੱਚ, ਮਾਤ ਲੋਕ ਦੇ ਵਿੱਚ, ਵੈਕੁੰਠ ਲੋਕ ਦੇ ਵਿੱਚ, ਸਾਰੀ ਜਗ੍ਹਾ ਹੀ ਹੈ। ਉਹ ਸਾਰੀ ਜਗ੍ਹਾ ਹੀ ਸਥਿਤ ਹੈ। ਇਸ ਕਰਕੇ ਉਹਦਾ ਜਿਹੜਾ ਭੰਡਾਰਾ ਹੈ ਉਹ ਵੀ ਥਾਂ ਥਾਂ ਤੇ ਹੈ। ਜੀਵਨ ਉਹਦਾ ਰਿਜ਼ਕ ਪਹੁੰਚਾ ਰਿਹਾ ਹੈ। ਭੰਡਾਰੇ ਵਿੱਚ ਇਹ ਹੁੰਦਾ ਵੀ ਜਿਹੜਾ ਭੁੱਖਾ ਹੈ ਪਦਾਰਥ ਵਰਤਾਇਆ ਜਾਂਦਾ। ਤੇ ਪਰਮੇਸ਼ਰ ਵਾਹਿਗੁਰੂ ਜਿੱਥੇ ਉਹ ਸਾਰੀ ਜਗ੍ਹਾ ਬ੍ਰਹਮ ਲੋਕ ਦੇ ਵਿੱਚ, ਬੈਕੁੰਠ ਲੋਕ ਦੇ ਵਿੱਚ, ਬ੍ਰਹਮਪੁਰੀ, ਇੰਦਰਪੁਰੀ ਦੇ ਵਿੱਚ, ਪਤਾਲ ਵਿੱਚ, ਮਾਤ ਲੋਕ ਵਿੱਚ, ਲੋਕਾਂ ਦੇ ਜਿੱਥੇ ਉਹਦਾ ਆਸਣ ਹੈ, ਉੱਥੇ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦਇਆ ਹੈ। ਉਹ ਸਾਰਿਆਂ ਨੂੰ ਦੇ ਰਿਹਾ, ਪੱਥਰਾਂ 'ਚ ਕੀੜਿਆਂ ਨੂੰ ਵੀ ਦੇ ਰਿਹਾ, ਹੋਰ ਤਾਂ ਇੱਕ ਪਾਸੇ ਰਹੀ। ਤੇ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਤੇ ਉਹਦਾ ਭੰਡਾਰਾ ਚੱਲ ਰਿਹਾ। ਸਾਨੂੰ ਵੱਖਰੇ ਭੰਡਾਰਿਆਂ ਦੀ ਕੋਈ ਲੋੜ ਨਹੀਂ। ਉਹਦਾ ਸਾਰੀ ਜਗ੍ਹਾ ਆਸਣ ਲੱਗਿਆ, ਸਾਨੂੰ ਕੋਈ ਵੱਖਰੇ ਆਸਣ ਦੀ ਲੋੜ ਨਹੀਂ ਹੈ। ਜੋ ਕਿਛ ਪਾਇਆ ਸੋ ਏਕਾ ਵਾਰ। ਵਾਹਿਗੁਰੂ ਦੇ ਦਰ ਤੋਂ ਜੋ ਕੁਛ ਵੀ ਪਰਮਾਤਮਾ ਪ੍ਰਭੂ ਤੋਂ ਪਾਇਆ, ਪ੍ਰਾਪਤ ਕੀਤਾ, ਸੋ ਉਹ ਇੱਕੋ ਵਾਰੀ ਪ੍ਰਾਪਤ ਕਰ ਲਿਆ। ਭਾਵ ਕੀ ਹੈ ਵੀ ਜਿਹੜੀ ਪ੍ਰਲਬਧ ਰੂਪ ਲੇਖ ਹੈ ਉਹ ਇੱਕੋ ਵਾਰੀ ਲਿਖਿਆ ਗਿਆ। ਜੀਵਾਂ ਦੀਆਂ ਦੇਹਾਂ ਬਾਅਦ ਦੇ ਵਿੱਚ ਬਣਦੀਆਂ ਹਨ। ਉਹਨਾਂ ਦੀ ਰੋਜੀ ਦਾ ਪ੍ਰਬੰਧ ਤੇ ਉਹਨਾਂ ਦੀ ਪ੍ਰਲਬਧ ਅਨੁਸਾਰ ਪਹਿਲਾਂ ਹੀ ਪਹੁੰਚਾ ਦਿੱਤਾ ਹੈ ਪਰਮਾਤਮਾ ਨੇ। ਫਰਮਾਨ ਹੈ, ਪਹਿਲੋਂ ਦੇ ਤੈਂ ਰਿਜ਼ਕ ਸੰਭਾਹ, ਪਿੱਛੋਂ ਦੇ ਤੈਂ ਜੰਤੋ ਪਾਹ। ਜੰਤ ਦਾ ਬਾਅਦ ਹੀ ਪੈਦਾ ਕੀਤੇ। ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਗੁਰੂ ਸਾਹਿਬ ਦਾ ਆਪਣਾ ਫਰਮਾਨ ਹੈ। ਇਤਿਹਾਸ ਦੇ ਪੰਨਿਆਂ ਦੇ ਉੱਤੇ ਵਿਚਾਰ ਆਉਂਦੇ ਆ। ਮਰਦਾਨੇ ਨੂੰ ਕਹਿੰਦੇ ਨੇ, ਸੁਨ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ, ਦੇਹ ਬਣੀ ਪਛਾਤ ਹੈ ਪੂਰਵ ਬਣਾ ਆਹਾਰ। ਮਰਦਾਨਿਆਂ ਦੇ ਬਾਅਦ ਵਿੱਚ ਬਣਦੀ ਹੈ। ਆਹਾਰ ਜਿਹੜਾ ਪਹਿਲਾਂ ਹੀ ਪਹੁੰਚਾ ਦਿੱਤਾ ਨਿਰੰਕਾਰ ਨੇ। ਇਸ ਕਰਕੇ ਪ੍ਰਲਬਧ ਅਨੁਸਾਰ ਜੋ ਕੁਝ ਵੀ ਜੀਵ ਨੂੰ ਇੱਕੋ ਵਾਰੀ ਲਿਖ ਦਿੱਤਾ ਹੈ। ਜਦੋਂ ਦੇਗ ਵਰਤਦੀ ਹੈ, ਸਭ ਨੂੰ ਦੇਗ ਦਿੱਤੀ ਜਾਂਦੀ ਹੈ। ਜੇ ਕੋਈ ਦੇਗ ਦੁਬਾਰੇ ਕਹੇ ਵੀ ਮੈਨੂੰ ਹੋਰ ਦੇ ਦੇ, ਉਹ ਕਹਿਣਗੇ ਵੀ ਤੈਨੂੰ ਅਕਲ ਨਹੀਂ ਹੈ, ਹਿੱਸੇ ਵੇਂਦੀ ਦੇਤੀ ਤੈਨੂੰ ਇੱਕ ਵਾਰੀ। ਮਰਿਆਦਾ ਨਹੀਂ ਹੈ ਦੁਬਾਰੇ ਦੇਣ ਦੀ। ਉਹ ਭਾਵੇਂ ਕੋਈ ਮਨਮਤ ਕਰਨ ਅਨੁਸਾਰ ਕੋਈ ਦੇ ਮੰਗ ਲਵੇ, ਕੋਈ ਦੇ, ਉਹ ਇੱਕ ਅਲੱਗ ਬਾਤ ਹੈ। ਇਸੇ ਤਰ੍ਹਾਂ ਪਰਮੇਸ਼ਰ ਨੇ ਪ੍ਰਲਬਧ ਅਨੁਸਾਰ ਜੋ ਜੀਵ ਨੂੰ ਦੇਣਾ ਸੀ ਇੱਕੋ ਵਾਰੀ ਦੇ ਦਿੱਤਾ। ਉਦੋਂ ਬਾਅਦ ਚਾਹੇ ਮੰਗੀ ਵੀ ਜਾਵੇ ਫਿਰ ਕੀ ਹੋ ਜਾਊਗਾ।
ਉਹ ਮੰਗਣ ਦੇ ਨਾਲ ਉਹਦੀ ਪ੍ਰਾਰਬਧ ਥੋੜੀ ਬਦਲ ਜਾਊਗੀ। ਇੱਕ ਬੜੀ ਘੁੰਡੀ ਵਾਲੀ ਗੱਲ ਹੈ। ਜੋ ਇਸ ਕਰਮ ਦੇ ਵਿੱਚ ਹੈ ਉਹ ਸਾਡੇ ਬਿਨਾਂ ਸੋਚਣ ਤੋਂ ਵੀ ਮਿਲੂਗਾ। ਜਿਹੜਾ ਕਰਮ ਦੇ ਵਿੱਚ ਨਹੀਂ ਹੈ ਉਹ ਸਾਡੇ ਮੰਗਣ ਤੋਂ ਵੀ ਮਿਲਣਾ ਨਹੀਂ। ਮੰਗੀ ਜਾਈਏ, ਕਿਉਂਕਿ ਉਹ ਜੋ ਕੁਝ ਦੇਣਾ ਸੀ ਉਹਨੇ ਇੱਕੋ ਵਾਰ ਦਿੱਤਾ। ਪਰ ਉਹ ਵੀ ਐਸ ਦਿਨ, ਐਸ ਮਹੀਨੇ, ਐਸ ਸਾਲ ਆਹ ਕੁਛ ਮਿਲਣਾ, ਐਸ ਸਮੇਂ ਦੇ ਕੋਲੋਂ ਆਹ ਕੁਛ ਚਲਿਆ ਜਾਣਾ, ਇਹ ਤਾਂ ਲਿਖਿਆ ਹੋਇਆ ਪਹਿਲੇ। ਕਿਸੇ ਕੋਲ ਪ੍ਰਾਰਬਧ ਦੇ ਵਿੱਚ ਕੋਈ ਚੀਜ਼ ਲਿਖੀ ਹੋਈ ਹੈ, ਉਹਦੇ ਲਈ ਉਹ ਉਦਮ ਨਹੀਂ ਕਰਦਾ, ਹਿੰਮਤ ਨਹੀਂ ਕਰਦਾ। ਰੋਟੀ ਪ੍ਰਾਰਬਧ ਦੇ ਵਿੱਚ ਹੈ, ਥਾਲ ਚ ਪਾਈ ਪਈ ਹੈ, ਬੁਰਕੀ ਤੋੜ ਕੇ ਮੂੰਹ ਚ ਨਹੀਂ ਪਾਉਂਦਾ, ਫਿਰ ਰੋਟੀ ਮਿਲ ਜੂ? ਨਹੀਂ। ਇਸੇ ਤਰ੍ਹਾਂ ਜੇ ਕੋਈ ਚੀਜ਼ ਉਹਦੀ ਪ੍ਰਾਰਬਧ ਵਿੱਚ ਹੈ, ਉਹਦੇ ਲਈ ਜੇ ਉਦਮ ਨਹੀਂ ਕਰਦਾ ਤਾਂ ਫਿਰ ਪ੍ਰਾਪਤ ਨਹੀਂ ਹੋਣੀ, ਤੇ ਉਹ ਪ੍ਰਾਰਬਧ ਦਾ ਲੇਖਾ ਅਗਲੇ ਜਨਮ 'ਚ ਚਲਾ ਜਾਣਾ। ਜਿਹੜੀ ਪ੍ਰਾਰਬਧ ਦੇ ਵਿੱਚ ਨਹੀਂ ਹੈ ਉਹਦੇ ਲਈ ਉਦਮ ਕੀਤਾ, ਉਹ ਮਿਲਣਾ ਨਹੀਂ, ਕਿਉਂਕਿ ਉਹਦੀ ਪ੍ਰਾਰਬਧ 'ਚ ਨਹੀਂ ਹੈ। ਉਹ ਉਦਮ ਵਿਅਰਥ ਹੋ ਜਾਂਦਾ। ਇਹ ਸੋਚ ਕੇ ਉਦਮ ਕਦੀ ਨਹੀਂ ਤਿਆਗਣਾ। ਜੇ ਪ੍ਰਾਰਬਧ ਵਿੱਚ ਹੋਇਆ ਇਹਦਾ ਨਿਯਮ ਹੈ, ਜੇ ਤਾਂ ਪ੍ਰਾਰਬਧ ਦੇ ਵਿੱਚ ਹੋਇਆ ਤਾਂ ਉਦਮ ਸਫਲਾ ਹੋ ਜਾਊਗਾ, ਜੇ ਪ੍ਰਾਰਬਧ ਵਿੱਚ ਨਾ ਤੇ ਉਦਮ ਅਸਫਲ ਹੋ ਜਾਊਗਾ। ਲੇਕਿਨ ਉਦਮ ਕਰੇਂਦਿਆਂ ਜੀਵ ਤੋਂ ਉਦਮ ਇੱਕ ਜੀਵਨ ਹੈ। ਸੋ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਜਿਹੜਾ ਹੈ, ਕਹਿੰਦੇ ਦੇਹ ਬਣੀ ਪਛਾਤ ਹੈ ਪੂਰਬ ਬਣਾ ਆਹਾਰ। ਆਹਾਰ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ। ਇਹ ਮਰਦਾਨੇ ਨੂੰ ਕਿਹਾ ਸੀ, ਕਰ ਕਰ ਵੇਖੈ ਸਿਰਜਣਹਾਰ। ਦੋ ਵਾਰੀ ਕਰ ਕਰ ਹੈ। ਵੇਖਿਆ ਤੇ ਵਿਸਰਾਮ ਜਿੱਥੇ ਭਾਈ ਸਾਹਿਬ ਲਾ ਰਹੇ ਨੇ, ਮੈਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਪੈਂਦੀ। ਕਈ ਵਾਰੀ ਫੇਰ ਵੀ ਤੁਹਾਡੀ ਖਿਆਤ ਵਾਸਤੇ ਮੈਂ ਉਹਨੂੰ ਨਕਾਰ ਦੇਣਾ ਹੁੰਦਾ। ਕਰ ਉਤਪਤੀ ਕਰਕੇ, ਕਰ ਪਾਲਣਾ ਕਰਕੇ। ਕਰ ਸ਼ਬਦ ਪਾਲਣ ਵਾਲਾ ਵੀ ਪਾਲਣਾ ਕਰ ਰਿਹਾ ਹੈ ਤੇ ਪੈਦਾ ਕਰ ਰਿਹਾ ਹੈ। ਕਰ ਦੋਨੇ ਪਾਸੇ ਆਉਣੇ। ਉਹ ਪੈਦਾ ਵੀ ਕਰ ਰਿਹਾ ਹੈ, ਪਾਲਣਾ ਵੀ ਕਰ ਰਿਹਾ ਹੈ। ਸਿਰਜਣਹਾਰ ਪ੍ਰਮਾਤਮਾ ਦਾ ਨਾਮ ਹੈ। ਫਿਰ ਉਹ ਕੇਵਲ ਪੈਦਾ ਹੀ ਨਹੀਂ ਕਰਦਾ, ਕੇਵਲ ਇਹ ਨਹੀਂ ਵੀ ਪੈਦਾ ਹੀ ਕਰਦਾ ਹੈ, ਤੇ ਉਹ ਵੇਖ ਵੀ ਰਿਹਾ ਹੈ। ਉਹਦੀ ਨਜ਼ਰ ਤੋਂ ਬਾਹਰ ਖਸਮੇ ਨਜ਼ਰੀ ਕੀੜਾ ਆਵੇ ਜਿੱਤੇ ਚੁਗੇ ਦਾਣੇ। ਉਹਦੀ ਨਜ਼ਰ 'ਚ ਇੱਕ ਨਿੱਕਾ ਜਿਹਾ ਕੀੜਾ ਵੀ ਹੈ, ਵੀ ਇਹਨੂੰ ਕਿੰਨੀ ਜ਼ਰੂਰਤ ਹੈ। ਹਾਥੀ ਵੀ ਉਹਦੀ ਨਿਗਾਹ 'ਚ ਵੀ ਇਹਨੂੰ ਖੁਰਾਕ ਕਿੰਨੀ ਚਾਹੀਦੀ ਹੈ। ਕਰ ਕਰ ਵੇਖੈ ਸਿਰਜਣਹਾਰ। ਉਹ ਫਿਰ ਸਾਰਿਆਂ ਪੁੰਨੀਆਂ ਨੂੰ, ਪਾਪੀਆਂ ਨੂੰ, ਰੋਗੀਆਂ, ਸੋਗੀਆਂ, ਭੋਗੀਆਂ, ਜੋਗੀਆਂ ਸਭ ਨੂੰ ਹੀ ਦੇਖਦਾ। ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ। ਨਾਨਕ ਸੱਚੇ ਕੀ ਸਾਚੀ ਕਾਰ। ਤੇ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ, ਸਿੱਧੋ ਉਹ ਸੱਚੇ ਪ੍ਰਭੂ ਦੀ ਸੰਸਾਰ ਨੂੰ ਚਲਾਉਣ ਦੀ ਜਿਹੜੀ ਕਾਰ ਹੈ, ਉਹ ਆਪ ਵੀ ਸੱਚਾ ਹੈ ਤੇ ਉਹਦੀ ਕਾਰ ਵੀ ਸੱਚੀ ਹੈ। ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਅਸੀਂ ਉਹ ਸਿਰਜਣਹਾਰ ਨੂੰ ਵੇਖਿਆ, ਵੇਖ ਕੇ ਦੇਖ ਕੇ ਨਿਸ਼ਚਾ ਕੀਤਾ ਹੈ। ਕੀ ਨਿਸ਼ਚਾ ਕੀਤਾ ਹੈ? ਕਿ ਉਹ ਸੱਚੇ ਪ੍ਰਭੂ ਦਾ ਭਜਨ ਸਿਮਰਨ ਕਰਨ ਵਾਲੀ ਕਾਰ ਹੈ ਜਿਹੜੀ, ਇਹੀ ਸੱਚੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ। ਆਹ ਕਾਰ ਸੱਚੀ ਹੈ ਜਿਹੜੀ ਹੁਣ ਤੁਸੀਂ ਕਰ ਰਹੇ ਹੋ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹਦੀ ਸੱਚਾ ਆਪ ਹੈ, ਉਹਦੀ ਕਾਰ ਵੀ ਸੱਚੀ ਹੈ। ਆਦੇਸ਼ ਤੈਸਾ ਆਦੇਸ਼। ਤੇ ਮਹਾਰਾਜ ਸਾਹਿਬ ਜੀ ਇੱਥੇ ਫਿਰ ਵਿਧੀ ਪੱਖ ਦੁਆਰਾ ਉਪਦੇਸ਼ ਦਿੰਦੇ ਆ, ਫਿਰ ਨਿਖੇਧ ਪੱਖ ਦੁਆਰਾ ਉਪਦੇਸ਼ ਦੇਣਗੇ। ਆਦੇਸ਼ ਦਾ ਉਪਦੇਸ਼ ਅਰਥ ਕਰਕੇ ਹੈ। ਆਦੇਸ਼ ਨਮਸਕਾਰ ਹੈ, ਤਿਸੇ ਉਸ ਵਾਹਿਗੁਰੂ ਨੂੰ ਆਦੇਸ਼ ਨਮਸਕਾਰ ਹੈ। ਤਾਈ ਤਿਸੇ ਦਾ ਅਰਥ ਹੈ ਤਾਈ, ਨਮਸਕਾਰ ਹੈ ਉਸ ਤਾਈ ਨਮਸਕਾਰ ਹੈ। ਦੋ ਵਾਰੀ ਕਹਿਦਾ, ਇੱਕ ਵਾਰੀ ਮਨ ਕਰਕੇ, ਬਾਣੀ ਕਰਕੇ। ਤੇ ਉਹਨੂੰ ਨਮਸਕਾਰ ਹੈ ਪਰਮੇਸ਼ਰ ਵਾਹਿਗੁਰੂ ਨੂੰ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦ ਜੋ ਮੁੱਢ ਰੂਪ ਹੈ, ਤੇ ਅਨੀਲ ਰੰਗਾਂ, ਜਿਵੇਂ ਨੀਲ ਰੰਗ ਹੁੰਦਾ ਹੈ, ਆਕਾਸ਼ ਰੰਗ ਨੀਲਾ ਹੈ, ਇਹਨਾਂ ਤੋਂ ਰਹਿਤ ਹੈ। ਨੀਲ ਕਲੰਕ ਦਾ ਨਾਮ ਵੀ ਹੈ। ਕਲੰਕੰ ਬਿਨਾਂ ਨੇ ਕਲੰਕੀ ਸਰੂਪ ਹੈ। ਨੀਲ ਗਿਣਤੀ ਤੋਂ ਰਹਿਤ ਹੈ, ਆਦ ਤੋਂ ਰਹਿਤ ਹੈ। ਅਨਾਦ ਅਨਜਮਾ ਆਦ, ਆਦ ਤੋਂ ਰਹਿਤ ਹੈ, ਅਨਾਦੀ ਹੈ। ਸੰਸਾਰ ਦੀ ਆਦ ਹੈ, ਉਹਦੀ ਕੋਈ ਆਦ ਨਹੀਂ ਹੈ। ਅਨਾਹਤ ਕਹਿੰਦੇ ਨੇ ਨਾਸ ਤੋਂ ਰਹਿਤ। ਜੁਗਾਂ ਜੁਗਾਂ ਵਿੱਚ ਇੱਕੋ ਹੀ ਉਹਦਾ ਵੇਸ ਨਾਮ ਹੈ ਸਰੂਪ ਦਾ। ਉਹ ਜੁਗਾਂ ਜਿਹੇ ਇੱਕੋ ਹੀ ਸਰੂਪ ਉਹਦਾ ਲਿਵਾਸ ਹੈ। ਸੋ ਮਹਾਰਾਜ ਸਾਹਿਬ ਜੀ ਨੇ ਇਹ ਬੜਾ ਸਰਲ ਅਰਥ ਸੀ, ਕੋਈ ਬਹੁਤ ਔਖਾ ਨਹੀਂ ਸੀ।
ਹੁਣ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਜਿਹੜੇ ਇਸੇ ਸ਼ਬਦ ਦੇ ਵਿੱਚੋਂ ਸ਼ਬਦ ਦੀਆਂ ਤੁਕਾਂ ਭਾਵੇਂ ਥੋੜੀਆਂ, ਸਿਧਾਂਤ ਬਹੁਤ ਭੰਡਾਰਾ ਭਰਿਆ ਪਿਆ। ਗੁਰੂ ਨਾਨਕ ਦਾ ਭੰਡਾਰਾ ਹੈ। ਇਹਨੂੰ ਕਹਿੰਦੇ ਨੇ ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਤਨ ਮਾਲ। ਇਸੇ ਨੂੰ ਕਹਿੰਦੇ ਨੇ ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦਜਾਈ। ਅਰਥਾਂ ਦਾ ਅਨੁਭਵ ਦੁਆਰਾ ਗੁਰਸਿੱਖਾਂ ਦੇ ਜਿਉਂ-ਜਿਉਂ ਅਨੁਭਵ ਖੁੱਲ੍ਹਦੇ ਹੈ, ਸਤਿਪੁਰਸ਼ਾਂ ਦੇ ਖੁੱਲ੍ਹੇ, ਤੇ ਕੋਈ ਅਰਥ ਕਿਸੇ ਵੇਲੇ ਅਨੁਭਵ ਹੋ ਗਿਆ, ਕੋਈ ਕਿਸੇ ਵੇਲੇ। ਇਹ ਮਹਾਰਾਜ ਦੀ ਕਲਾ ਹੈ। ਤਾਂ ਗੁਰੂ ਕਿਰਪਾ ਕਰੇ। ਦੂਸਰੇ ਅਰਥ ਵਿੱਚ ਸਿੱਧਾਂ ਨੇ ਮਹਾਰਾਜ ਸਾਹਿਬ ਨੂੰ ਪੁੱਛਿਆ ਵੀ ਜੇ ਤੁਸੀਂ ਪਰਮਾਤਮਾ ਦਾ ਆਸਣ ਤਾਂ ਦੱਸ ਦਿੱਤਾ ਵੀ ਲੋਕਾਂ ਦੇ ਵਿੱਚ ਉਹਦਾ ਆਸਣ ਹੈ, ਲੋਕਾਂ 'ਚ ਉਹਦਾ ਭੰਡਾਰਾ ਹੈ, ਇਹ ਤੁਸੀਂ ਆਪਣਾ ਆਸਣ ਦੱਸੋ, ਤੁਹਾਡਾ ਆਸਣ ਕਿੱਥੇ ਹੈ, ਤੁਹਾਡਾ ਭੰਡਾਰਾ ਕਿਹੜਾ ਹੈ, ਆਪਣੇ ਭੰਡਾਰੇ ਨੂੰ ਦੱਸੋ, ਕਿਹੜਾ ਭੰਡਾਰਾ ਤੁਹਾਡਾ। ਸਤਿਗੁਰੂ ਜੀ ਉੱਤਰ ਦੇ ਵਿੱਚ ਫਿਰ ਇਹੀ ਸ਼ਬਦ ਦੁਆਰਾ ਉਪਦੇਸ਼ ਦਿੰਦੇ ਹਨ। ਆਸਣ ਲੋਏ ਲੋਏ ਭੰਡਾਰ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆਸਣ ਲੋਏ। ਲੋਏ ਦਾ ਅਰਥ ਹੈ ਪ੍ਰਕਾਸ਼, ਜਿਹੜਾ ਪ੍ਰਕਾਸ਼ ਚੇਤਨ ਸਰੂਪ ਵਿੱਚ, ਤੇ ਆਸਣ ਦਾ ਅਰਥ ਹੈ ਸਥਿਤ ਹੋਣਾ ਹੈ। ਲੋਏ ਪ੍ਰਕਾਸ਼, ਪਰਮਾਤਮਾ ਪ੍ਰਕਾਸ਼ ਰੂਪ ਹੈ। ਆਸਣ ਸਥਿਤ ਹੋਣਾ, ਉਹਦੇ 'ਚ ਟਿਕਣਾ। ਕਹਿੰਦੇ ਸਾਡਾ ਉਹਦੇ 'ਚ ਟਿਕਾ ਹੋਇਆ, ਇਸ ਲਈ ਸਾਡਾ ਪੱਕਾ ਆਸਣ ਤਾਂ ਆ ਹੈ। ਤੁਹਾਡੇ ਵਾਂਗੂ ਆ ਮਿਰਗਸ਼ਾਲਾ 'ਚ ਕੀ ਫਿਰਦੇ ਹੋ ਜਾਂ ਫਿਰ ਹੋਰ ਤੁਸੀਂ ਆਸਣ ਲਾਉਣੇ। ਕਹਿੰਦੇ ਸਾਡਾ ਤਾਂ ਆਸਣ ਸੁਰਤੀ ਦਾ ਹੈ। ਸੁਰਤੀ ਕੇ ਮਾਰਗ ਚੱਲ ਤੂੰ ਜੋਗੀ। ਕਹਿੰਦੇ ਅਸੀਂ ਇਹ ਆਸਣ ਲਾਇਆ ਹੋਇਆ ਹੈ, ਤੇ ਆਸਣ ਵੈਸਣ ਥਿਰ ਨਾਰਾਇਣ। ਇਸ ਕਰਕੇ ਜਿਹੜਾ ਸ਼ੁਭ ਗੁਣਾਂ ਦੇ ਸਮੇਤ ਅੰਤਸ਼ਕਰਨ ਲੋਏ ਪ੍ਰਕਾਸ਼ ਵਾਲਾ ਹੋ ਗਿਆ। ਪਹਿਲਾਂ ਸ਼ੁਭ ਗੁਣ ਇਕੱਠੇ ਕੀਤੇ, ਗਿਆਨ ਦੁਆਰਾ ਪ੍ਰਕਾਸ਼ ਵਾਲਾ ਹੋਇਆ। ਕਹਿੰਦੇ ਇਹੀ ਸਾਡਾ ਭੰਡਾਰਾ ਹੈ। ਲੋਏ ਭੰਡਾਰ, ਲੋਏ ਪ੍ਰਕਾਸ਼ ਵਾਲਾ ਜਿਹੜਾ ਹਿਰਦਾ ਹੋ ਗਿਆ, ਸ਼ੁਭ ਗੁਣਾਂ ਵਾਲਾ ਹਿਰਦਾ ਹੋ ਗਿਆ, ਇਹ ਸਾਡਾ ਭੰਡਾਰਾ ਹੈ। ਜੇ ਭੰਡਾਰੀ ਹੂੰ ਗੁਣ ਨਿਕਲ ਹੈ ਤੇ ਕੀ ਹੈ ਪ੍ਰਵਾਨ। ਜੋ ਸਾਧ ਸੰਗਤ ਦਾ ਅਸਥਾਨ ਹੈ, ਲੋਏ ਪ੍ਰਕਾਸ਼ ਸਰੂਪ ਦੀ ਪ੍ਰਾਪਤੀ ਵਾਲਾ ਇਹ ਸਾਧ ਸੰਗਤ ਦਾ ਅਸਥਾਨ। ਸਾਧ ਸੰਗਤ ਦਾ ਅਸਥਾਨ ਜਗਮਗ ਨੂਰ ਹੈ, ਲਖ ਲਖ ਸਸਿਆਰ ਭਾਨ ਕਿਰਨ ਠਰੂਰ ਹੈ। ਬ੍ਰਹਮ ਗਿਆਨ ਦੇ ਲੋਏ ਪ੍ਰਕਾਸ਼ ਸਹਿਤ ਹੈ। ਕਹਿੰਦੇ ਇਹੀ ਸਾਡਾ ਆਸਣ ਹੈ। ਗੁਰਮੂਰਤ ਗੁਰ ਸ਼ਬਦ ਸੁਣ, ਸਾਧ ਸੰਗਤ ਆਸਣ ਨਿਰੰਕਾਰੀ। ਨਿਰੰਕਾਰ ਦਾ ਵੀ ਇਹੀ ਆਸਣ ਹੈ। ਕਹਿੰਦੇ ਸਾਡਾ ਨਿਰੰਕਾਰ ਦੇ ਨਾਲੇ ਸਾਡਾ ਵੀ ਇਹੀ ਆਸਣ ਹੈ। ਜਾਂ ਫਿਰ ਸੰਤਾਂ ਦਾ ਪਵਿੱਤਰ ਹਿਰਦਾ, ਇਹ ਭੰਡਾਰਾ ਕਿਹੜਾ? ਮੋਖ ਮੁਕਤ ਦੁਆਰ ਜਾ ਕੇ ਸੰਤਰੇ ਦਾ ਭੰਡਾਰ। ਸ਼ੁਭ ਗੁਣ ਹੈ ਸੰਤਾਂ ਦੇ ਹਿਰਦੇ ਦੇ। ਸਾਡੇ ਸਾਰੇ ਲੋਕਾਂ ਵਿੱਚ ਆਸਣ, ਜੋ ਪਰਮੇਸ਼ਰ ਦੇ ਨਿਮਿਤ ਸਾਡੇ ਸਿੱਖ ਮਹਾਰਾਜ ਕਹਿੰਦੇ ਮੇਰਾ ਬਚਨ ਮੰਨ ਕੇ ਜਿਹੜੇ ਲੰਗਰ ਚਲਾਉਂਦੇ ਆ, ਇਹ ਲੋਕਾਂ ਦੇ ਵਿੱਚ ਸਾਰੇ ਮੇਰੀ ਭੰਡਾਰੇ ਨੂੰ ਮਹਾਰਾਜ ਕਹਿੰਦੇ ਇਹ ਸਾਡੇ ਭੰਡਾਰੇ ਚੱਲ ਰਹੇ ਨੇ। ਗੁਰੂ ਨਾਨਕ ਦਾ ਭੰਡਾਰਾ ਚੱਲਦਾ, ਥਾਂ ਥਾਂ ਲੰਗਰ ਜਿਹੜੇ, ਚਾਹੇ ਕੋਈ ਕਹੀ ਜਾਵੇ ਇਹ ਸੰਤਾਂ ਦਾ ਭੰਡਾਰਾ ਹੀ ਫਲਾਨਿਆਂ ਦਾ, ਇਹ ਫਲਾਣੇ ਸੰਤਾਂ ਦਾ, ਇਹ ਤਾਂ ਮਿਥਿਆ ਹੈ। ਐਸਾ ਨਹੀਂ ਹੈ। ਇਹ ਗੁਰੂ ਨਾਨਕ ਦੇ ਭੰਡਾਰੇ ਚੱਲ ਰਹੇ ਨੇ ਸਾਰੇ ਥਾਂ ਥਾਂ। 20 ਰੁਪਏ ਸਭ ਤੋਂ ਪਹਿਲਾਂ ਭੰਡਾਰਾ ਚਲਾਇਆ ਸੀ। ਆਪ ਕੁੱਟ ਖਾਧੀ, ਪਿਓ ਦੀਆਂ ਚਪੇੜਾਂ ਖਾਧੀਆਂ, ਪਰ ਅੱਜ 20 ਰੁਪਏ ਦੀ ਕੀਤੀ ਹੋਈ ਰਕਮ ਜਮ੍ਹਾਂ, ਸਾਰੀ ਜ਼ਿੰਦਗੀ ਉਹਦਾ ਵਿਆਜ ਨਹੀਂ ਮੁੱਕਣਾ ਸਿੱਖਾਂ ਦੇ ਕੋਲੋਂ, ਬਲਕਿ ਹੋਰ ਵੀ ਖਾ ਰਹੇ ਨੇ। ਇਹ ਭੰਡਾਰੇ ਹੈ। ਤੋ ਇਸ ਕਰਕੇ ਜਿਹੜੇ ਗੁਰਸਿੱਖ ਮੇਰੇ ਨਾਂ ਤੇ ਲੰਗਰ ਚਲਾਉਂਦੇ ਆ ਨਿਰੰਕਾਰ ਦੇ ਨਾਂ ਤੇ, ਕਹਿੰਦੇ ਇਹ ਸਾਡੇ ਭੰਡਾਰੇ ਹੈ। ਇਸ ਭੰਡਾਰੇ ਨੂੰ ਗੁਰੂ ਨਾਨਕ ਸਾਹਿਬ ਨੇ ਮੰਨਿਆ। ਸੰਤ ਬਾਬਾ ਅਤਰ ਸਿੰਘ ਜੀ ਮਸਵਾਣੇ ਵਾਲੇ ਮਹਾਂਪੁਰਖ, ਉਹ ਇੱਕ ਵਾਰੀ ਜੰਮੂ ਕਸ਼ਮੀਰ ਵਾਲੇ ਪਾਸੇ ਬਾਰਾਮੂਲੇ ਗਏ। ਉੱਥੇ ਬਾਗ ਬਹੁਤ ਹੈ, ਤੇ ਉਸ ਥਾਂ ਤੇ ਮਹਾਂਪੁਰਖਾਂ ਨੇ ਨਿਯਮ ਰੱਖਿਆ ਤੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਆਪਣਾ ਨਿਜ ਸਰੂਪ ਦਾ ਧਿਆਨ, ਸ਼ਬਦ ਸੁਰ ਦਾ ਅਭਿਆਸ ਕਰਨਾ, ਫਿਰ ਆਸਾ ਦੀ ਵਾਰ ਦਾ ਕੀਰਤਨ ਕਰਨਾ ਸੰਤਾਂ ਨੇ ਆਪ। ਸੰਪੂਰਨ ਕੀਰਤਨ ਕਰਨ ਤੋਂ ਬਾਅਦ ਫਿਰ ਮਹਾਂਪੁਰਖ ਨਾਲ ਬਾਣੀ ਪੜ੍ਹਦੇ ਹੋਏ ਥੋੜਾ ਜਿਹਾ ਜਲ ਪਾਨ ਕਰਕੇ ਦੁੱਧ ਪਾਣੀ ਪੀ, ਫਿਰ ਸ਼ਹਿਰ ਨੂੰ ਨਿਕਲਦੇ ਥੋੜਾ ਜਿਹਾ ਤੁਰਨ ਫਿਰਨ ਵਾਸਤੇ। ਸਰੀਰ ਬੈਠਾ ਜਕੜ ਜਾਂਦਾ ਹੈ। ਉਹ ਜਾਂਦਿਆਂ ਜਾਂਦਿਆਂ ਮਹਾਂਪੁਰਖਾਂ ਦੇ ਇੱਕ ਬਾਗ ਦੇ ਵਿੱਚੋਂ ਮੁਸਲਮਾਨ ਨਿਕਲਿਆ ਖਾਨ ਸਾਹਿਬ, ਤੇ ਮੂਹਰੇ ਹੋ ਕੇ ਸੰਤਾਂ ਦੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਰੁਕ ਗਏ, ਕਹਿੰਦੇ ਖਾਨ ਸਾਹਿਬ ਵੀ ਵੈਸੇ ਤਾਂ ਮੈਨੂੰ ਸ਼ੰਕਾ ਨਹੀਂ ਕਰਨੀ ਚਾਹੀਦੀ, ਪਰ
ਮੈਂ ਤੈਨੂੰ ਇਹ ਪੁੱਛਦਾ ਵੀ ਤੂੰ ਮੁਸਲਮਾਨ ਹੈ, ਤੂੰ ਜੇ ਮੈਨੂੰ ਵਾਲੇਕੁਮ ਸਲਾਮ ਕਹਿੰਦਾ ਤੇ ਤਾਂ ਵੀ ਮੈਂ ਸਲਾਮ ਕਹਿ ਦੇਣਾ ਸੀ। ਕੋਈ ਵੀ ਮੇਰੇ ਮਨ 'ਚ ਕੋਈ ਵਿਤਕਰਾ ਨਹੀਂ ਵੀ ਤੂੰ ਆਪਣੇ ਧਰਮ ਨੂੰ ਛੱਡ ਕੇ ਸਾਡੇ ਤੇ ਵੀ ਮੈਨੂੰ ਖੁਸ਼ ਕਰਨ ਵਾਸਤੇ ਵੀ ਇੱਕ ਸੰਤ ਹੈ ਗੁਰੂ ਨਾਨਕ ਦੇ ਘਰ ਦਾ, ਵੀ ਮੈਂ ਫਤਿਹ ਬੁਲਾਵਾਂ ਤਾਂ ਖੁਸ਼ ਹੋਊਗਾ ਤਾਂ ਬੁਲਾਈ ਹੈ। ਕਹਿੰਦਾ ਨਹੀਂ ਜੀ, ਐਸਾ ਨਹੀਂ ਹੈ। ਕਹਿੰਦੇ ਹੋਰ ਕੀ ਹੈ? ਕਹਿੰਦੇ ਜੀ ਜੇ ਸਮਾਂ ਹੈਗਾ ਤਾਂ ਮੈਂ ਗੱਲ ਸ਼ੁਰੂ ਕਰਾਂ, ਵੀ ਗੱਲ ਲੰਮੀ ਹੈ ਥੋੜੀ ਜਿਹੀ। ਸੰਤ ਕਹਿੰਦੇ ਇਸ ਤਰ੍ਹਾਂ ਕਰ ਵੀ ਮੈਂ ਤੁਰਨ ਫਿਰਨ ਆਇਆ, ਤੂੰ ਨਾਲੇ ਤੁਰੀ ਚੱਲ ਨਾਲੇ ਗੱਲ ਸੁਣਾ ਲੈ। ਇਕੱਲੇ ਹੀ ਸੀ ਮਹਾਂਪੁਰਸ਼, ਸੇਵਾਦਾਰ ਪਿੱਛੇ ਖੜੇ ਤੇ ਤੁਰੇ ਜਾ ਰਹੇ ਨੇ। ਕਹਿਣ ਲੱਗਾ ਮਹਾਰਾਜ ਵੀ ਲੰਮੀ ਗੱਲ ਇਹ ਹੈ ਵੀ ਮੈਂ ਖੁਦਾ ਨੂੰ ਮਿਲਣਾ ਚਾਹੁੰਦਾ ਸੀ, ਪਰ ਮੁਹੰਮਦ ਸਾਹਿਬ ਦੇ ਰਾਹੀਂ ਮਿਲਣਾ ਚਾਹੁੰਦਾ ਸੀ, ਸਾਡਾ ਆਖਰੀ ਪੈਗੰਬਰ ਹੈ। ਕਹਿੰਦੇ ਵੀ ਮੈਂ ਬੜੀ ਦੇਰ ਤੱਕ ਆਰਾਧਨ ਕਰਦਾ ਰਿਹਾ ਪਰ ਮੈਨੂੰ ਪ੍ਰਾਪਤੀ ਨਾ ਹੋਈ, ਮੇਰਾ ਦਿਲ ਟੁੱਟ ਗਿਆ। ਕਹਿੰਦੇ ਮੈਨੂੰ ਫਿਰ ਇੱਕ ਈਸਾਈ ਮਿਲ ਗਿਆ, ਉਹ ਕਹਿੰਦੇ ਤੂੰ ਜੀਸਸ ਦਾ ਆਰਾਧਨ ਕਰ, ਉਹ ਛੇਤੀ ਮਿਲਦਾ। ਕਹਿੰਦੇ ਜੀ ਮੈਂ ਆਪਣੇ ਧਰਮ ਨੂੰ ਛੱਡ ਕੇ ਮੈਂ ਜੀਸਸ ਨੂੰ ਆਰਾਧਨਾ ਸ਼ੁਰੂ ਕੀਤਾ। ਕਹਿੰਦੇ ਫਿਰ ਵੀ ਮੇਰੀ ਉਹ ਜੋ ਮੇਰੀ ਕਾਮਨਾ ਸੀ ਪੂਰੀ, ਮੇਰੇ 10-12 ਵਰੇ ਉਧਰ ਲੰਘੇ, 10-12 ਵਰੇ ਇੱਧਰ ਲੰਘੇ ਇਸ ਕੰਮ 'ਚ। ਕਹਿੰਦੇ ਫਿਰ ਮੈਂ ਸੋਚਿਆ ਵੀ ਹਿੰਦੂ ਮਤ ਦੇ ਵਿੱਚ ਬੜੇ ਬੜੇ ਫਕੀਰ ਨੇ, ਮੈਂ ਖੁਦਾ ਨੂੰ ਮਿਲਣਾ ਤੇ ਮਿਲਣਾ ਵੀ ਮੁਹੰਮਦ ਸਾਹਿਬ ਦੇ ਰਾਹੀਂ ਹੈ। ਮੈਂ ਆਪਣੇ ਧਰਮ ਦਾ ਯਕੀਨ ਨਹੀਂ ਛੱਡਿਆ। ਉਹ ਕਹਿੰਦੇ ਜੀਸਸ ਰਾਹੀਂ ਮਿਲ, ਛੇਤੀ ਮਿਲੂਗਾ। ਮੈਂ ਛੱਡ ਕੇ ਉਧਰ ਗਿਆ, ਉਹ ਬਣਾ ਗੱਲ ਹੋਈ। ਕਹਿੰਦੇ ਜੀ ਉਹ ਮੈਨੂੰ ਕਹਿਣ ਲੱਗੇ ਵੀ ਤੂੰ ਇਸ ਤਰ੍ਹਾਂ ਕਰ ਵੀ ਤੂੰ ਆਹ ਜਾਪ ਕਰਿਆ ਕਰ। ਸਨਾਤਨ ਮਹਾਤਮ ਵਾਲੇ ਆਪਣਾ ਜਾਪ ਦੇ ਦਿੱਤਾ ਤੇ ਕ੍ਰਿਸ਼ਨ ਭਗਵਾਨ ਦਾ ਜਾਂ ਰਾਮ ਜੀ ਦਾ ਧਿਆਨ ਧਰ ਲੈ, ਤੈਨੂੰ ਛੇਤੀ ਮਿਲ ਜਾਣਗੇ। ਕਹਿੰਦਾ ਜੀ ਮੈਂ ਉਹ ਕਰਦਾ ਰਿਹਾ। ਕਹਿੰਦੇ ਫਿਰ ਮੈਨੂੰ ਪ੍ਰਾਪਤ, ਕਹਿੰਦੇ ਫਿਰ ਮੇਰਾ ਮਨ ਨਾਸਤਕ ਜਿਹਾ ਬਣਨ ਲੱਗਿਆ ਵੀ ਛੱਡੋ ਸਾਰੇ ਹੀ ਝੰਜਟ ਛੱਡੋ। ਇਸਲਾਮ ਦਾ ਵੀ ਉਹਦੇ ਵੱਲੋਂ ਵੀ ਮਨ ਬੇਰੁਖ ਹੋ ਗਿਆ, ਹਿੰਦੂ ਧਰਮ ਵੱਲੋਂ ਵੀ, ਈਸਾਈਆਂ ਵੱਲੋਂ ਵੀ। ਕਹਿੰਦੇ ਵੀ ਮੈਂ ਬੜਾ ਉਦਾਸ ਜਿਹਾ। ਇੱਕ ਦਿਨ ਮੈਨੂੰ ਇਹ ਹੁਣ ਵਾਹਿਗੁਰੂ ਜਾਣਦਾ ਹੈ ਵੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਕਲਾ ਵਰਤਾਈ ਵੀ ਨਿਹੰਗ ਸਿੰਘ ਦਾ ਬਾਣਾ ਧਾਰਨ ਕੀਤਾ। ਉਹ ਕਹਿੰਦਾ ਵੀ ਪੂਰਾ ਤਿਆਰ ਪ੍ਰਤਿਆਰ ਨਿਹੰਗ ਸਿੰਘ, ਪੰਜੇ ਕਕਾਰ, ਨੀਲਾ ਬਾਣਾ, ਸ਼ਸਤਰ ਕੋਲ ਉਹਦੇ, ਸ਼੍ਰੀ ਸਾਹਿਬ ਵੱਡੀ ਛੋਟੀ, ਚਿਹਰਾ ਦਗ ਦਗ ਕਰੇ। ਤੇ ਮੈਨੂੰ ਉਦਾਸ ਦੇਖ ਕੇ ਕਹਿੰਦਾ ਖਾਨ ਸਾਹਿਬ ਕੀ ਗੱਲ ਹੋ ਗਈ, ਇੰਨਾ ਉਦਾਸ ਹੋਇਆ? ਰੱਬ ਦੇ ਪਿਆਰਿਆਂ ਨੂੰ ਉਦਾਸ ਨਹੀਂ ਹੋਣਾ ਚਾਹੀਦਾ। ਆਹ ਦੇਖ ਮੈਂ ਚੜ੍ਹਦੀ ਕਲਾ ਚ ਐ ਰਹਿਣਾ ਚਾਹੀਦਾ। ਉਹ ਕਹਿੰਦੇ ਠੀਕ ਹੈ ਸਿੰਘ ਜੀ, ਪਰ ਮੇਰਾ ਮਾਮਲਾ ਬੜਾ ਗੁੰਝਲਦਾਰ ਹੈ। ਉਹ ਗੁੰਝਲਦਾਰ ਮਾਮਲਾ ਜਿਹੜਾ ਵੀ ਇਸ ਕਰਕੇ ਕੀ ਹੈ ਮਾਮਲਾ? ਉਹਨੇ ਕਹਾਣੀ, ਕਹਿੰਦਾ ਜੀ ਮੈਂ ਸਾਰੀ ਕਹਾਣੀ ਸੁਣਾਈ। ਕਹਿੰਦਾ ਉਹ ਨਿਹੰਗ ਸਿੰਘ ਕਹਿੰਦਾ ਭਲਿਆ ਵੀ ਹੈ ਤਾਂ ਮੁਹੰਮਦ ਸਾਹਿਬ ਵੀ ਰੱਬ ਦਾ ਹੀ ਰੂਪ ਹੈ, ਕ੍ਰਿਸ਼ਨ ਵੀ ਰੱਬ ਦਾ ਰੂਪ ਹੈ, ਜੀਸਸ ਵੀ ਰੱਬ ਦਾ ਰੂਪ। ਸਾਡੇ ਸਿੱਖਾਂ ਵਿੱਚ ਕਿਸੇ ਨਾਲ ਕੋਈ ਨਫ਼ਰਤ ਨਹੀਂ, ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਪਰ ਕਹਿੰਦਾ ਜੇ ਤੂੰ ਮੇਰੀ ਗੱਲ ਮੰਨੇ ਵੀ ਇਸ ਯੁੱਗ ਦੇ ਵਿੱਚ ਪਹਿਰਾ ਗੁਰੂ ਨਾਨਕ ਦਾ, ਤੂੰ ਗੁਰੂ ਨਾਨਕ ਨੂੰ ਅਰਾਧ ਅਰ ਯਕੀਨ ਰੱਖ ਮੁਹੰਮਦ ਸਾਹਿਬ ਦੇ ਉੱਤੇ। ਦੇਖੋ ਸਿੰਘ ਦੀ ਸੋਚ ਦੇਖੋ, ਮੁਹੰਮਦ ਸਾਹਿਬ ਤੇ ਯਕੀਨ ਰੱਖ, ਗੁਰੂ ਨਾਨਕ ਨੂੰ ਬੁਲਾ। ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਦਾ ਕਰ ਜਾਪ, ਰਾਤ ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ, ਜਨ ਨਾਨਕ ਹਰ ਅਰਾਧਿਆ। ਕਹਿੰਦਾ ਮੈਂ ਤੈਨੂੰ ਯਕੀਨ ਨਾਲ ਕਹਿਣਾ, ਜੇ ਗੁਰੂ ਨਾਨਕ ਤੈਨੂੰ ਪ੍ਰਤੱਖ ਨਾ ਮਿਲੇ, ਕਹਿੰਦਾ ਮੈਨੂੰ ਗੁਰੂ ਕਾ ਸਿੱਖ ਨਾ ਕਹੀਂ। ਕਹਿੰਦੀ ਕੋਈ ਪਖੰਡੀ ਮਿਲਿਆ ਸੀ। ਐਡਾ ਵੱਡਾ ਵਿਸ਼ਵਾਸ। ਫਿਰ ਇੱਥੋਂ ਦਿਖਦਾ ਨਾ ਵੀ ਕੋਈ ਗੱਲ ਹੋਰ ਸੀ, ਸਿੰਘ ਨਹੀਂ ਸੀ, ਕੋਈ ਗੱਲ ਹੋਰ ਸੀ ਜਿਹਦਾ ਆਪਾਂ ਨੂੰ ਪਤਾ ਨਹੀਂ। ਉਹ ਕਹਿਣ ਲੱਗਿਆ ਬਾਬਾ ਤਰਸੇ ਨੂੰ, ਕਹਿੰਦਾ ਮਹਾਰਾਜ ਨਾਲ ਤਾਂ ਅੱਖਾਂ ਚੋਂ ਪਾਣੀ ਡਿੱਗੇ, ਮਹਾਂਪੁਰਖ ਰੁਕ ਗਏ, ਮਹਾਂਪੁਰਖ ਵੀ ਭਾਵਕ ਹੋ ਗਏ। ਕਹਿੰਦੇ ਫੇਰ ਕੀ ਹੋਇਆ? ਕਹਿੰਦੇ ਮਹਾਰਾਜ ਫਿਰ ਮੈਂ ਗੁਰੂ ਨਾਨਕ ਨੂੰ ਅਰਾਧਿਆਂ ਕਹਿੰਦੇ ਇੱਕ ਦਿਨ ਐਸਾ ਹੋਇਆ, ਬਸ ਇਹ ਕਹਿ ਕੇ ਨਾ ਭੁੱਬੇ ਨਿਕਲ ਗਈ ਉਹਦੀ। ਮਹਾਂਪੁਰਖ ਕਹਿੰਦੇ ਖਾਨ ਸਾਹਿਬ ਸੰਭਾਲ ਆਪਣੇ ਆਪ ਨੂੰ, ਕੀ ਹੋਇਆ ਫਿਰ? ਕਹਿੰਦੇ ਜੀ ਮੈਂ ਅੱਜ ਤੱਕ ਦੱਸਿਆ ਨਹੀਂ ਕਿਸੇ ਨੂੰ, ਮੈਨੂੰ ਫਿਰ ਗੁਰੂ ਨਾਨਕ ਦੇ ਪ੍ਰਤੱਖ ਦਰਸ਼ਨ ਹੋਏ। ਮੈਂ ਗੁਰੂ ਨਾਨਕ ਦੇ ਚਰਨ ਪਰਸੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਰੱਖਦਿਆਂ ਹੀ ਮੇਰੇ ਝਰਨਾਹਟ ਛਿੜ ਗਈ ਸਰੀਰ ਵਿੱਚ। ਗੁਰੂ ਨਾਨਕ ਸਾਹਿਬ ਬੋਲੇ ਬਹੁਤ ਪਿਆਰ ਨਾਲ, ਕਹਿੰਦਾ ਇੰਨਾ ਮਿੱਠਾ ਸੰਸਾਰ ਦੇ ਵਿੱਚ ਮੈਂ ਕਿਸੇ ਦੀ ਜ਼ੁਬਾਨ ਤੋਂ ਬਚਨ ਨਹੀਂ ਸੁਣਿਆ। ਤੇ ਪਰਮੇਸ਼ਰ ਵਾਹਿਗੁਰੂ ਦੇ ਉਹ ਮਿੱਠਾ ਹੈ,
ਮਿੱਠੇ ਬੋਲ ਬੰਦਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਬੜੇ ਮਿੱਠੇ ਬੋਲੇ, ਕਹਿਣ ਲੱਗੇ ਤੈਂ ਮੈਨੂੰ ਯਾਦ ਕੀਤਾ ਸੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਮਲ ਥਕੀ ਜਿਉ ਕਦੇ ਨਾ ਬੋਲੇ ਕੋਰਾ। ਕਹਿੰਦੇ ਤੂੰ ਯਾਦ ਕੀਤਾ ਸੀ, ਮੈਂ ਆ ਗਿਆ, ਮੂਲ ਮੰਤਰ ਦਾ ਆਰਾਧਨ ਕੀਤਾ ਸੀ। ਕਹਿੰਦੇ ਦੱਸ ਵੀ ਹੁਣ ਤੋਂ ਮੈਂ ਜੀਸਸ ਨੂੰ ਬੁਲਾਵਾਂ, ਤੂੰ ਦਰਸ਼ਨ ਉਹਦੇ ਰਾਹੀਂ ਖੁਦਾ ਨੂੰ ਮਿਲਣਾ ਚਾਹੁੰਦਾ, ਜਾਂ ਫਿਰ ਰਾਮ ਕ੍ਰਿਸ਼ਨ ਨੂੰ ਬੁਲਾਵਾਂ, ਉਹਦੇ ਰਾਹੀਂ ਮਿਲਣਾ ਚਾਹੁੰਦਾ, ਮੁਹੰਮਦ ਸਾਹਿਬ ਨੂੰ ਬੁਲਾਵਾਂ ਤੇਰੇ ਸਾਹਮਣੇ, ਫਿਰ ਤੂੰ ਖੁਦਾ ਨੂੰ ਮਿਲ ਲੈ ਭਾਈ। ਮੇਰਾ ਤਾਂ ਇੰਨਾ ਹੀ ਸਮਾਂ ਸੀ ਵੀ ਤੂੰ ਮੈਨੂੰ ਬੁਲਾਇਆ ਸੀ, ਮੈਂ ਤੈਨੂੰ ਅਗਲਾ ਰਸਤਾ ਦੱਸਦਾ ਵੀ ਉਹ ਸੱਚਖੰਡ ਗਈਆਂ ਹੋਈਆਂ ਰੂਹਾਂ ਨੂੰ ਨਿਰੰਕਾਰ ਮੇਰੀ ਮੰਨ ਕੇ ਉਹਨਾਂ ਨੂੰ ਭੇਜ ਦੂਗਾ, ਤੂੰ ਆਪਣਾ ਚਿੱਤ ਪੂਰਾ ਕਰ ਲੈ। ਕਹਿੰਦਾ ਜੀ ਮੈਂ ਗੁਰੂ ਨਾਨਕ ਦੇ ਚਰਨ ਫੜ ਕੇ ਕਿਹਾ ਕਿ ਹੁਣ ਤੋਂ ਬਾਅਦ ਮੈਨੂੰ ਖੁਦਾ ਵੀ ਦੀ ਲੋੜ ਨਹੀਂ, ਮੈਨੂੰ ਲੱਗਦਾ ਵੀ ਤੁਸੀਂ ਹੋ ਖੁਦਾ ਹੋ, ਹੁਣ ਹੋਰ ਰੱਬ ਦੀ ਲੋੜ ਨਹੀਂ, ਮੈਨੂੰ ਰਾਮ ਕ੍ਰਿਸ਼ਨ ਵੀ ਤੁਸੀਂ ਦੇਖਦੇ ਹੋ, ਮੁਹੰਮਦ ਸਾਹਿਬ ਵੀ ਤੁਸੀਂ ਦੇਖਦੇ ਹੋ। ਮਹਾਰਾਜ ਕਹਿੰਦੇ ਅੱਛਾ, ਕਹਿੰਦੇ ਖਾਨ ਸਾਹਿਬ ਫਿਰ ਮੰਗ ਲੈ ਕੁਛ। ਕਹਿੰਦੇ ਮੈਂ ਕਿਹਾ ਮਹਾਰਾਜ ਵੀ ਤੁਹਾਨੂੰ ਪ੍ਰਾਪਤ ਕਰਕੇ ਹੁਣ ਜੀ ਨਹੀਂ ਕਰਦਾ ਕੁਛ ਹੋਰ ਮੰਗਣ ਨੂੰ, ਕੀ ਮੰਗਾ? ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਪ੍ਰਭ ਢਾਡੀ ਕੋ ਮੰਗਣ ਚਿੱਤ ਨਾ ਆਵੇ। ਕਹਿੰਦੇ ਮੇਰੀ ਖੁਸ਼ੀ ਵਾਸਤੇ ਮੰਗ ਲੈ। ਕਹਿੰਦੇ ਮੈਂ ਫੇਰ ਵੀ ਕਿਹਾ ਮਹਾਰਾਜ ਨਾਮ ਬਖਸ਼ੋ। ਕਹਿੰਦੇ ਨਾਮ ਤਾਂ ਤੈਨੂੰ ਮਿਲਿਆ ਹੋਇਆ ਪਹਿਲਾਂ ਹੀ, ਉਹ ਮੰਗ ਜਿਹੜਾ ਤੈਨੂੰ ਮਿਲਿਆ ਨਹੀਂ ਹੋਇਆ, ਨਾਮ ਕਰਕੇ ਤਾਂ ਤੈਨੂੰ ਮੈਂ ਮਿਲਿਆ। ਖਾਨ ਸਾਹਿਬ ਕਹਿੰਦੇ ਮਹਾਂਪੁਰਖੋ ਬਾਬਾ ਅਤਰ ਸਿੰਘ ਜੀ ਨੂੰ, ਕਹਿੰਦੇ ਫਿਰ ਮੈਂ ਗਲ 'ਚ ਪੱਲਾ ਪਾ ਕੇ ਕਿਹਾ ਗਰੀਬ ਨਵਾਜ਼ ਮੈਨੂੰ ਮੰਗਣ ਦੀ ਜਾਚ ਨਹੀਂ, ਇੱਕ ਗੱਲ ਮੈਂ ਤੁਹਾਡੀ ਖੁਸ਼ੀ ਵਾਸਤੇ ਮੰਗਣ ਲੱਗਿਆ, ਜਿਵੇਂ ਤੁਹਾਡੇ ਆਹ ਪ੍ਰਸੰਨਤਾ ਮੈਨੂੰ ਹੁਣ ਮਿਲੀ ਹੈ, ਤੁਹਾਡੇ ਦਰਸ਼ਨ ਤੁਹਾਡੀ ਖੁਸ਼ੀ ਜਿਵੇਂ ਮਿਲ ਸਕਦੀ ਹੈ, ਮੈਨੂੰ ਉਹ ਕੁਛ ਦੱਸੋ, ਮੈਂ ਉਹ ਕਰਾਂ ਜਿਹਦੇ ਨਾਲ ਤੁਸੀਂ ਮੇਰੇ ਤੇ ਪ੍ਰਸੰਨ ਰਹੋ ਹਰ ਵੇਲੇ। ਕਹਿੰਦੇ ਗੁਰੂ ਨਾਨਕ ਸਾਹਿਬ ਮੈਨੂੰ ਕਹਿਣ ਲੱਗੇ ਤੇਰਾ ਕਾਰੋਬਾਰ ਕੀ ਹੈ? ਕਹਿੰਦੇ ਜੀ ਬਾਗ ਹੈ ਬਹੁਤ ਵੱਡਾ। ਉਹਨੇ ਹੱਥ ਕਰਕੇ ਦੱਸਿਆ, ਕਹਿੰਦੇ ਮਹਾਂਪੁਰਸ਼ੋ ਆਹ ਬਾਗ ਹੈ ਉਹ ਸਾਰਾ। ਮੈਂ ਗੁਰੂ ਨਾਨਕ ਸਾਹਿਬ ਨੂੰ ਕਿਹਾ ਵੀ ਮੇਰੇ ਕੋਲ ਬਾਗ ਹੈ ਵੱਡਾ। ਕਹਿੰਦੇ ਅੱਜ ਤੋਂ ਬਾਅਦ ਇਸ ਬਾਗ ਦਾ ਪੂਰਾ ਅੱਧ 1/2 ਹਿੱਸਾ, 1/2 ਹਿੱਸਾ ਅੱਧਾ ਤੇਰਾ ਰਿਹਾ, ਇਹ ਅੱਜ ਤੋਂ ਬਾਅਦ ਅੱਧਾ ਨਿਰੰਕਾਰ ਦਾ ਹੋਇਆ। ਕਹਿੰਦਾ ਜੀ ਮੈਂ ਸਮਝਿਆ ਨਾ। ਕਹਿੰਦੇ ਅੱਧੀ ਆਮਦਨ ਤੇਰੇ ਪਰਿਵਾਰ ਵਾਸਤੇ, ਅੱਧੇ ਬਾਗ ਦੀ ਆਮਦਨ ਇਹਦਾ ਲੰਗਰ ਚਲਾ ਦੇ। ਜੇ ਕੋਈ ਹਿੰਦੂ ਆਵੇ, ਹਿੰਦੂ ਉਹਨਾਂ ਨੂੰ ਵਰਤਾਵੇ ਰੱਖਦੇ ਤਾਂ ਕਿ ਤੇਰੇ ਨਾਲ ਨਫ਼ਰਤ ਨਾ ਕਰਨ ਵੀ ਮੁਸਲਮਾਨ ਦਾ ਲੰਗਰ ਨਹੀਂ ਛਕਣਾ, ਸਿੱਖ ਛਕਣ, ਹਿੰਦੂ ਛਕਣ ਵੱਖਰਾ, ਉਹਨਾਂ ਦਾ ਲਾ ਦੇ ਤੂੰ ਲੰਗਰੀ, ਤੇ ਮੁਸਲਮਾਨਾਂ ਵਾਸਤੇ ਲਹਿਦਾ ਲਾ ਦੇ ਤੇ ਲੰਗਰ ਚਲਾ ਦੇ। ਕਹਿੰਦੇ ਮੈਂ ਲੰਗਰ ਚਲਾਉਣ ਵਾਸਤੇ ਬਾਪੂ ਦੀਆਂ ਚਪੇੜਾਂ ਖਾਧੀਆਂ ਸੀ ਖਾਨ ਸਾਹਿਬ, ਜੇ ਲੰਗਰ ਚਲਾਏਗਾ ਤੇਰੇ ਅੱਧੇ ਬਾਗ ਦੇ ਵਿੱਚ ਵੀ ਬਰਕਤਾਂ ਪੂਰੇ ਜਿੰਨੀਆਂ ਪੈਣਗੀਆਂ ਤੇ ਤੇਰਾ ਜਨਮ ਸਫਲ ਹੋ, ਤੇਰੀਆਂ ਕੁਲਾਂ ਤਰ ਜਾਣਗੀਆਂ। ਕਹਿਣ ਲੱਗਿਆ ਮਹਾਰਾਜ ਉਸ ਦਿਨ ਤੋਂ ਲੈ ਕੇ ਜਦ ਵੀ ਮੈਨੂੰ ਕੋਈ ਸਿੱਖ ਮਿਲਦਾ ਹੈ, ਮੈਨੂੰ ਉਹ ਨਿਹੰਗ ਸਿੰਘ ਦਿਖਦਾ ਜਿਹਨੇ ਮੈਨੂੰ ਗੁਰੂ ਨਾਨਕ ਮਿਲਾਇਆ, ਜਿਹਨੇ ਮੈਨੂੰ ਖੁਦਾ ਮਿਲਾ ਦਿੱਤਾ। ਕਹਿੰਦੇ ਮੇਰਾ ਮਨ ਚਿੱਤ ਰਹਿੰਦਾ ਹੈ, ਮੈਂ ਉਸ ਦਿਨ ਤੋਂ ਅੱਧੀ ਆਮਦਨ ਦਾ ਲੰਗਰ ਚਲਾ ਰਿਹਾ। ਮਹਾਰਾਜ ਕਹਿੰਦੇ ਜਿਹੜਾ ਸਾਡਾ ਬਚਨ ਮੰਨ ਕੇ ਲੰਗਰ ਚਲਾਉਂਦੇ ਨੇ ਸਿੱਧੋ, ਇਹ ਸਾਡੇ ਭੰਡਾਰੇ ਚੱਲਦੇ ਨੇ, ਇਹ ਨੇ ਸਾਡੇ ਭੰਡਾਰੇ। ਤੇ ਜਿਹੜੇ ਭੰਡਾਰਿਆਂ ਦੇ ਵਿੱਚੋਂ ਮਹਾਰਾਜ ਨੇ ਪਤਾਲਾਂ ਆਕਾਸ਼ਾਂ ਦੇ ਵਿੱਚ ਖੇਡ ਵਰਤਾ ਦਿੱਤੀ। ਜਿਸ ਵੇਲੇ ਦਸਤਗੀਰ ਪੀਰ ਨੂੰ ਨਾਲ ਲਿਆ, ਭਰ ਕਚਕੌਲ ਪ੍ਰਸਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਉੱਥੇ ਵੀ ਕਿੰਨੇ ਲੰਗਰ ਚਲਾਉਂਦੇ ਦੇਖੇ ਸੀ, ਜਿੱਥੇ ਜਾਣ ਉੱਥੇ ਹੀ ਲੰਗਰ, ਉੱਥੇ ਹੀ ਕੜਾਹ ਪ੍ਰਸਾਦ। ਮਹਾਰਾਜ ਕਹਿੰਦੇ ਇਹ ਸਾਡੇ ਭੰਡਾਰੇ ਨੇ। ਇਸ ਕਰਕੇ ਇਹ ਨਿਸ਼ਚੈ ਕੀਤਾ ਆਪਣੇ ਹਿਰਦੇ ਨੂੰ ਅਸੀਂ ਲੋਹੇ ਪ੍ਰਕਾਸ਼ ਰੂਪ ਬਣਾਇਆ, ਆਸਣ ਜਾਣਿਆ ਜੋ ਲੋਹੇ ਪ੍ਰਕਾਸ਼ ਰੂਪ ਦਾ ਬ੍ਰਹਮ ਗਿਆਨ ਦਾ, ਇਹ ਸਾਡਾ ਅਸਲੀ ਭੰਡਾਰਾ ਹੈ। ਪਰ ਜਿਸਮਾਨੀ ਭੰਡਾਰੇ ਜਿਹੜੇ ਕੋਈ ਸਿੱਖ ਚਲਾਉਂਦੇ ਨੇ ਤੇ ਉਹ ਵੀ ਸਾਡੇ ਭੰਡਾਰੇ ਹਨ। ਜੋ ਕਿਛ ਪਾਇਆ ਸੋ ਏਕਾ ਵਾਰ। ਹੇ ਸਿੱਧੋ ਅਸੀਂ ਜੋ ਕੁਝ ਵੀ ਪ੍ਰਾਪਤ ਕਰਨਾ ਸੀ ਨਿਰੰਕਾਰ ਤੋਂ ਇੱਕੋ ਵਾਰੀ ਕਰ ਲਿਆ। ਸੱਚਖੰਡ ਗਏ ਸੀ ਬੇਈ ਨਦੀ ਦੁਆਰਾ, ਉੱਥੇ ਜਾ ਕੇ ਅਸੀਂ ਪਰਮੇਸ਼ਰ ਦੇ ਦਰ ਤੋਂ ਮੂਲ ਮੰਤਰ ਦੀ ਦਾਤ, ਸਾਨੂੰ ਮਹਾ ਮੰਤਰ ਦੀ ਦਾਤ ਪਰਮੇਸ਼ਰ ਵਾਹਿਗੁਰੂ ਦੇ ਵਿਸ਼ੇਸ਼ਣਾਂ ਦੇ ਨਾਲ ਤੇ ਨਿਰੰਕਾਰ ਨੇ ਸੱਚਖੰਡ ਦੇ ਵਿੱਚ ਇੱਕ ਓੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਇਹ ਮੂਲ ਮੰਤਰ ਸੱਚਖੰਡ ਵਿੱਚ ਉਚਾਰਨ ਹੋਇਆ ਗਿਆ ਹੈ। ਤੇ ਮਹਾਰਾਜ ਕਹਿੰਦੇ ਇਹ ਸਤਨਾਮ ਸਾਨੂੰ ਨਿਰੰਕਾਰ ਦੇ ਦਰ ਤੋਂ ਮਿਲਿਆ, ਜੋ ਕੁਝ ਪਾਉਣਾ ਸੀ ਇੱਕੋ ਵਾਰ ਮਿਲ ਗਿਆ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਰਚਤ ਬਾਣੀ ਦੇ ਅੰਦਰ ਵੀ
ਔਰ ਫਿਰ ਆਪਣੇ ਜੀਵਨ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਆਪ ਜੀ ਦੀ ਸ਼ਾਦੀ ਹੋਈ ਸੀ, ਭਾਵੇਂ ਨਾਨਕ ਪ੍ਰਕਾਸ਼ ਦੀ ਜਨਮ ਸਾਖੀ ਵਿੱਚ ਐਸਾ ਨਹੀਂ, ਪਰ ਇਹ ਭਾਈ ਮਨੀ ਸਿੰਘ ਦੀ ਜਨਮ ਸਾਖੀ ਜਿਹੜੀ ਲਿਖੀ ਹੈ, ਔਰ ਭਾਈ ਗੁਰਦਾਸ ਦੀਆਂ 12 ਦਾ ਟੀਕਾ ਲਿਖਿਆ ਸੀ, ਉਹਦੇ ਚ ਭਾਈ ਮਨੀ ਸਿੰਘ ਨੇ ਲਿਖਿਆ ਕਿ ਸੱਚਖੰਡ ਮਹਾਰਾਜ ਸਾਹਿਬ ਜੀ ਬੇਈ ਨਦੀ ਚ ਗੋਤਾ ਮਾਰ ਕੇ ਸ਼ਾਦੀ ਤੋਂ ਪਹਿਲਾਂ ਗਏ ਸੀ। ਇਹ ਕੇਵਲ ਮਨੀ ਸਿੰਘ ਨੇ ਲਿਖਿਆ। ਭਾਈ ਸਾਹਿਬ ਨੇ ਕੋਈ ਸ਼ੰਕਾ ਨਾ ਕਰੇ, ਆਖੇ ਜੀ ਸ਼ਾਦੀ ਤਾਂ ਪਹਿਲਾਂ ਹੋ ਚੁੱਕੀ ਸੀ, ਮਹਾਰਾਜ ਬਾਅਦ ਚ ਗਏ, ਇਤਿਹਾਸਾਂ ਚ ਐਸਾ ਹੈ। ਪਰ ਭਾਈ ਮਨੀ ਸਿੰਘ ਸਾਹਿਬ ਦੀ ਗਵਾਹੀ ਜਿਹੜੀ ਹੈ ਉਹਦੇ ਅਨੁਸਾਰ, ਤੇ ਉੱਥੇ ਮਹਾਰਾਜ ਸਾਹਿਬ ਨੇ ਜਦੋਂ ਅੱਗ ਵਾਲੀ ਹੋਈ ਸੀ, ਮਹਾਰਾਜ ਨੇ ਪ੍ਰਕਰਮਾਂ ਤੋਂ ਨਾਂਹ ਕੀਤੀ, ਕਹਿੰਦੇ ਮੈਂ ਇਸ਼ਟ ਦੀਆਂ ਪ੍ਰਕਰਮਾਂ ਕਰੂੰਗਾ ਤੇ ਅੱਗ ਦੀਆਂ ਨਹੀਂ। ਮਹਿਤਾ ਜੀ ਬਹੁਤ ਖਫੇ ਹੋਏ, ਕਹਿੰਦੇ ਤੂੰ ਵਿਆਹ ਦੇ ਵੇਲੇ ਵੀ ਮੇਰੀ ਬੇਇੱਜ਼ਤੀ ਕਰਦਾ ਹੈ, ਕੁੜਮਾਂ ਦੇ ਸਾਹਮਣੇ ਕਰਦਾ ਹੈ। ਕੁੜਮ ਵੀ ਹੈਰਾਨ ਤੇ ਮਹਿਤਾ ਜੀ ਵੀ ਹੈਰਾਨ, ਦੋਨੇ ਪ੍ਰੋਹਤ ਹੈਰਾਨ। ਹਰਦਿਆਲ ਕਹਿਣ ਲੱਗਿਆ, ਮਹਿਤਾ ਜੀ ਤੁਸੀਂ ਨਾ ਬੋਲੋ, ਤੁਹਾਡੇ ਬੋਲਣ ਨਾਲ ਕਾਰਜ ਵਿਗੜਦਾ ਹੈ, ਇਹ ਤੁਹਾਡੇ ਲਾਇਕ ਪੁੱਤਰ ਨੇ, ਇਹ ਤੁਹਾਡੇ ਮੂਹਰੇ ਬੋਲਦੇ ਨੇ, ਤੇ ਗੱਲ ਉੱਥੇ ਰੁਕ ਜਾਂਦੀ ਹੈ। ਕਹਿੰਦਾ ਜਜਮਾਨ ਜਿਵੇਂ ਮੈਨੂੰ ਸੱਚ ਦਾ ਜਨੇਊ ਪਹਿਨਾਇਆ ਸੀ, ਅੱਜ ਦੱਸ ਵੀ ਤੇਰਾ ਵਿਆਹ ਕਿਸ ਤਰ੍ਹਾਂ ਕਰੀਏ। ਮਹਾਰਾਜ ਕਹਿੰਦੇ ਅੱਗ ਦੀਆਂ ਪ੍ਰਕਰਮਾਂ ਉਹ ਕਰੇ ਜਿਹਦਾ ਅੱਗ ਇਸ਼ਟ ਹੋਵੇ, ਵੇਦ ਦੀਆਂ ਪ੍ਰਕਰਮਾਂ ਉਹ ਕਰੇ ਜਿਹਦਾ ਵੇਦ ਇਸ਼ਟ ਹੋਵੇ, ਬ੍ਰਹਮਣ ਦੀਆਂ ਪ੍ਰਕਰਮਾਂ ਉਹ ਕਰੇ ਜਿਹੜਾ ਬ੍ਰਹਮਣ ਨੂੰ ਇਸ਼ਟ ਮੰਨੇ। ਅਸੀਂ ਤਾਂ ਨਿਰੰਕਾਰ ਨੂੰ ਇਸ਼ਟ ਮੰਨਿਆ ਹੋਇਆ। ਕਹਿੰਦੇ ਜੀ ਨਿਰੰਕਾਰ ਸਾਨੂੰ ਤਾਂ ਦਿਸਦਾ ਨਹੀਂ। ਕਹਿੰਦੇ ਲਿਆਓ ਦਿਖਾ ਦਿੰਦੇ ਆ। ਕਾਗਜ਼ ਲਿਆਂਦਾ ਤੇ ਚੌਂਕੀ ਲਿਆਂਦੀ, ਰਮਾਲਾ ਲਿਆਂਦਾ, ਆਪਣੇ ਹੱਥ ਨਾਲ ਮੂਲ ਮੰਤਰ ਲਿਖਿਆ, ਮੂਲ ਮੰਤਰ ਲਿਖ ਕੇ ਚੌਂਕੀ ਤੇ ਰੱਖ ਕੇ ਮਾਤਾ ਚੋਣੀ ਜੀ ਦੇ ਨਾਲ, ਮਾਤਾ ਸੁਲੱਖਣੀ ਨਾਲ ਫਿਰ ਮਹਾਰਾਜ ਸਾਹਿਬ ਨੇ ਪ੍ਰਕਰਮਾਂ ਲਈਆਂ। ਕਹਿੰਦੇ ਸਾਡੇ ਸਿੱਖ ਜਿਹੜੇ ਨੇ ਉਹ ਅੱਜ ਤੋਂ ਬਾਅਦ ਸ਼ਬਦੀਆਂ ਹੀ ਪ੍ਰਕਰਮਾਂ ਕਰਨਗੇ, ਉਹ ਅੱਗ ਦੇ ਦੁਆਲੇ ਨਹੀਂ ਘੁੰਮਿਆ ਕਰਨਗੇ, ਇਹ ਨਹੀਂ ਫਿਰੇ ਲੈਣਗੇ। ਇਸ ਕਰਕੇ ਮਹਾਰਾਜ ਜੀ ਸੱਚਖੰਡ ਤੋਂ ਹੀ ਲਿਆਂਦਾ ਸੀ। ਉਸ ਵੇਲੇ ਕਿਹਾ ਸੀ, ਹੁਣ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦੇ ਕੇ ਕਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਲ ਖਸਮ ਬੁਲਾਇਆ, ਸੱਚੀ ਸਿਵ ਸਲਾਹ ਕੱਪੜਾ ਪਾਇਆ। ਸਿਵ ਸਲਾਹ ਦਾ ਕੱਪੜਾ ਮਿਲਿਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ, ਤਿੰਨ ਸੁਖ ਪਾਇਆ ਸੀ ਰੱਜ ਰੱਜ ਕੇ ਖਾਧਾ। ਢਾਡੀ ਕਰੇ ਪਸੌ ਸ਼ਬਦ ਵਜਾਇਆ, ਨਾਨਕ ਸੱਚ ਸਾਲਾਹੇ ਪੂਰਾ ਪਾਇਆ ਸੁਧ। ਖਸਮੇ ਕੇ ਦਰਜਾਏ ਢਾਡੀ ਵਸਿਆ, ਸੱਚਾ ਖਸਮ ਕਲਾਨ ਕਮਲ ਵਿਗਸਿਆ, ਖਸਮੋਂ ਪੂਰਾ ਪਾਏ ਮਨੋਂ ਰਹਸਿਆ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਉ ਮਨ ਆਈ, ਬਾਬਾ ਪੈਂਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ। ਇਹਦੇ ਵਿੱਚ ਜਿਹੜਾ ਇੱਕ ਸ਼ਬਦ ਆਇਆ ਵੀ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਠੀਕ ਹੈ, ਭਾਵਨਾ ਦੇ ਵਸ ਵੀ ਰੋੜਾਂ ਦੇ ਉੱਤੇ ਮਹਾਰਾਜ ਸਾਹਿਬ ਨੇ ਵੀ ਬੇਆਰਾਮ ਰਹੇ। ਰੋੜੀ ਸਾਹਿਬ ਗੁਰਦੁਆਰਾ ਬਣਿਆ, ਉੱਥੇ ਦਾ ਪੂਰਾ ਇਤਿਹਾਸ ਫੋਟੋ ਸਟੇਟ ਕਰਕੇ ਦਾਸ ਦੇ ਕੋਲ ਪਹੁੰਚਾਇਆ ਗੁਰਮੁਖਾਂ ਨੇ। ਉਹ ਠੀਕ ਹੈ, ਬੇਆਰਾਮ ਰਹਿਣ ਵਾਸਤੇ ਜਾਣੀ ਉਹ ਰੋੜਾਂ ਵਾਲੀ ਧਰਤੀ ਆ, ਉਹਦੇ ਤੇ ਵਿਛਾਉਣਾ ਕੀਤਾ ਵੀ ਨੀਂਦ ਬਹੁਤੀ ਗਫਲਤ ਦੀ ਨੀਂਦ ਨਾ ਆਵੇ, ਨਿਰੰਕਾਰ ਦਾ ਸਾਧਨ ਕਰਦੇ ਆ। ਤੇ ਉੱਥੇ ਮਹਾਰਾਜ ਸਾਹਿਬ ਜੀ ਨੇ ਜਿਹੜਾ ਰੇਤੇ ਦੀ ਗੱਲ ਹੈਗੀ ਹੈ, ਇਹਨੂੰ ਥੋੜਾ ਜਿਹਾ ਵਿਚਾਰ ਲਈਏ। ਕਿਸੇ ਸ਼ਬਦ ਦਾ, ਕਿਸੇ ਮਹਾਂਪੁਰਸ਼ ਦੀ ਕਥਨੀ ਦਾ ਖੰਡਨ ਕਰਨਾ, ਆਪਣੀ ਚਤਰਾਈ ਕਰਨੀ, ਇਹ ਵੀ ਯੋਗ ਨਹੀਂ। ਪਰ ਜਦੋਂ ਖੋਜ ਕਰੋਗੇ ਵੀ ਰੇਤ ਕੀ ਹੈ, ਹੁਣ ਰੇਤ ਦਾ ਅਰਥ ਹੈ, ਹੁਣ ਲੋਹੇ ਨੂੰ ਬਰੀਕ ਕਿਸੇ ਸਾਧਨ ਦੇ ਨਾਲ ਉਹਨੂੰ ਕਿਸੇ ਬਰੀਕ ਕਰੀ ਜਾਓ, ਬਰੀਕ, ਉਹ ਰੇਤੇ ਵਰਗੇ ਕਣ ਹੋ ਜਾਂਦੇ ਨੇ, ਉਹ ਚੂਰਾ ਬਣਦਾ ਹੈ, ਉਹਨੂੰ ਕਹਿੰਦੇ ਲੋਹੇ ਦਾ ਰੇਤ, ਲੋਹਾ ਰੇਤਿਆ ਹੋਇਆ। ਸੋਨੇ ਦਾ ਰੇਤ, ਸੋਨਾ ਦਾ ਰੇਤਿਆ ਹੋਇਆ। ਪੱਥਰ ਦਾ ਇਹ ਚੂਰਾ ਜਿਹੜਾ, ਇਹਨੂੰ ਰੇਤਾ ਕਹਿੰਦੇ ਨੇ। ਇੱਥੇ ਇਹ ਅਰਥ ਨਹੀਂ ਹੈ, ਤੇ ਜੋ ਪ੍ਰੂਫ ਹੋ ਸਕੇ ਜਿਹੜਾ ਕੋਸ਼ਾਂ ਦੇ ਵਿੱਚ ਹੈ ਉਹ ਕੀ ਹੈ। ਰੇਤ ਦਾ ਅਰਥ ਹੈ ਪਾਣੀ, ਇਹ ਧਿਆਨ ਰੱਖਿਓ। ਤੇ ਰੇਤ ਦਾ ਅਰਥ ਪਾਣੀ ਹੈ। ਇੱਕ ਤਾਂ ਪਾਣੀ ਦਾ ਹੀ ਆਹਾਰ ਕੀਤਾ ਮਹਾਰਾਜ ਨੇ। ਫਿਰ ਕਦੇ ਕਦੇ ਲੋੜ ਪੈਂਦੀ, ਕੱਲਾ ਪਾਣੀ ਜਿਹੜਾ, ਜੇ ਤੁਸੀਂ ਉਬਾਲ ਤੋਂ ਬਿਨਾਂ ਪੀਓ ਨਾ ਪਾਣੀ, ਕੱਲਾ ਪਾਣੀ ਵੀ ਵਾਈ ਕਰਦਾ। ਤੇ ਪਾਣੀ ਨੂੰ ਆਯੁਰਵੈਦਿਕ, ਕਿਉਂਕਿ ਮਹਾਰਾਜ ਸਾਹਿਬ ਜੀ ਐਡੇ ਵੱਡੇ ਉਸ ਵੇਲੇ ਦੇ ਹਕੀਮ, ਇੱਕ ਪੂਰਬ ਦਾ, ਇੱਕ ਪੱਛਮ ਦਾ, ਇੱਕ ਉੱਤਰ ਦਾ, ਇੱਕ ਦੱਖਣ ਦਾ, ਚਾਰੇ ਵੈਦ ਉਸ ਇੱਕ ਇੱਕ ਦਿਸ਼ਾ ਦੇ ਚ ਲੋਕਾਂ ਨੂੰ ਤੰਦਰੁਸਤ ਕਰਨ ਵਾਲੇ, ਉਹਨਾਂ ਨੇ ਮਹਾਰਾਜ ਨਾਲ ਮੀਟਿੰਗ ਕੀਤੀ। ਪ੍ਰੂਫ ਹੈ ਇਹ ਪੁਰਾਣੀ ਲਿਖਤ ਦੇ ਵਿੱਚ ਕਿ ਮਹਾਰਾਜ ਸਾਨੂੰ ਦੱਸੋ ਵਾਏ ਪਿੱਤ ਕਫ ਕਿਵੇਂ ਕੰਟਰੋਲ ਕਰੀਏ। ਕਈ ਮਰੀਜ਼ ਸਾਤੋਂ ਉੱਪਰ ਲੰਘ ਜਾਂਦੇ ਹੈ, ਨਹੀਂ ਪਤਾ ਲੱਗਦਾ। ਮਹਾਰਾਜ ਨੇ ਵੈਦਾਂ ਨੂੰ ਲੈਸਨ ਦਿੱਤਾ ਕਿ ਜੇ ਵੈਦ ਕਰਨੀ ਹੈ ਇਉਂ ਕਰੋ। ਕੀ ਫਿਰ ਮਹਾਰਾਜ ਸਾਹਿਬ ਨੂੰ ਨਹੀਂ ਪਤਾ ਕਿਹੜੀ ਚੀਜ਼ ਖਾਣ ਵਾਲੀ ਹੈ ਭਾਈ, ਕਿਹੜੀ ਨਹੀਂ। ਕੱਲਾ ਪਾਣੀ ਵਾਏ ਕਰਦਾ ਹੈ,
ਕੱਲਾ ਪਾਣੀ ਵਾਇਆ ਕਰਕੇ ਵਾਈ ਦੇ ਗੋਲੇ ਬਣ ਜਾਂਦੇ ਨੇ ਕਾਲਜੇ ਉੱਤੇ। ਕਹਿੰਦੇ ਜੀ ਪਾਣੀ ਲੜ ਗਿਆ ਕਾਲਜੇ ਦੇ ਉੱਤੇ, ਗੋਲਾ ਬਣ ਗਿਆ ਪਾਣੀ ਦਾ। ਉਹ ਕੀ ਹੁੰਦਾ? ਵਾਈ ਦਾ ਗੋਲਾ ਹੁੰਦਾ ਹੈ। ਉਹਨੂੰ ਠੀਕ ਕਰਨ ਵਾਸਤੇ ਕੀ ਹੈ? ਅੱਕ ਦੇ ਫੁੱਲ ਦੇ ਉੱਪਰ ਇੱਕ ਲੌਂਗ ਹੁੰਦਾ ਹੈ, ਭਮੀਰੀ ਜੀ ਹੁੰਦੀ ਹੈ। ਆਯੁਰਵੈਦਿਕ ਦੇ ਜੋ ਐਡੀ ਐਂਟੀਬਾਇਓਟਿਕ ਹੈ ਤੇ ਪੁਰਾਣੇ ਵਾਈ ਦੇ ਰੋਗ ਨੂੰ ਖਤਮ ਕਰ ਦਿੰਦੀ ਹੈ। ਤੇ ਮਹਾਰਾਜ ਸਾਹਿਬ ਨੇ ਵੀ ਵਾਈ ਬਣਾ ਹੋਵੇ, ਅੰਨ ਦਾ ਆਹਾਰ ਛੱਡ ਦਿੱਤਾ ਤੇ ਉਸ ਵੇਲੇ ਅੱਕ ਦੀਆਂ ਉਹ ਜਿਹੜੀਆਂ ਲੌਂਗ ਜਿਹਨੂੰ ਕਹਿੰਦੇ ਆ ਉਹ ਖਾ ਲੈਣਾ ਤੇ ਪਾਣੀ ਪੀ ਲੈਣਾ ਤਾਂ ਕਿ ਪਾਣੀ ਵਾਈ ਨਾ ਕਰੇ। ਇਹ ਆਹਾਰ ਸੀ। ਜਿਹੜਾ ਸਿੱਧਾ ਹੀ ਸਾਧ ਸੰਗਤ ਜੀ ਰੇਤਾ ਖਾਣ ਦੀ ਗੱਲ ਹੈ, ਫਿਰ ਲੋਕੀ ਪੁੱਛਣਗੇ ਤਾਂ ਸਹੀ ਨਾ ਸਾਨੂੰ। ਸਾਡੇ ਵੱਡਿਆਂ ਨੂੰ ਨਹੀਂ ਪੁੱਛਿਆ, ਉਸ ਵੇਲੇ ਦੀ ਗੱਲ ਹੋਰ ਹੈ, ਅੱਜ ਦੇ ਯੁੱਗ ਦੀ ਗੱਲ ਹੋਰ ਹੈ। ਅੱਜ ਸਾਨੂੰ ਸੰਭਲ ਕੇ ਗੱਲ ਕਰਨੀ ਚਾਹੀਦੀ ਹੈ। ਸ਼ੰਕਾਬਾਦੀ ਨੂੰ ਸ਼ੰਕਾ ਕਰਨ ਦੀ ਗੁੰਜਾਇਸ਼ ਨਾ ਛੱਡੀਏ ਅਸੀਂ। ਇਸ ਕਰਕੇ ਰੇਤ ਦਾ ਅਰਥ ਜਿਹੜਾ ਪਾਣੀ ਕੀਤਾ ਹੈ, ਇਹ ਉਹ ਅਰਥ ਹੈ ਜਿਹੜਾ ਕੋਸ਼ਾਂ ਦੇ ਵਿੱਚ ਹੈ। ਇਸ ਕਰਕੇ ਪਾਣੀ ਤੇ ਅੱਕ ਦੀਆਂ ਜਿਹੜੀਆਂ ਉਹ ਲੌਂਗ ਸੀ, ਇਹਦਾ ਆਹਾਰ ਕੀਤਾ। ਵੈਸੇ ਤਾਂ ਗੁਰੂ ਬਾਬਾ ਜੀ ਪੌਣ ਆਹਾਰੀ ਸੀ, ਉਹ ਕਿੰਨੇ ਦਿਨ ਕੁਛ ਨਾ ਖਾਂਦੇ, ਕੁਛ ਨਹੀਂ ਹੁੰਦਾ। ਇਸ ਕਰਕੇ ਭਾਈ ਗੁਰਦਾਸ ਨੇ ਜਿਹੜਾ ਲਿਖਿਆ ਇਹਦੇ ਤੇ ਕੋਈ ਸ਼ੰਕਾ ਨਹੀਂ ਬਣਦੀ ਹੈ। ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਬਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਨਿਆਈ। ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਉੱਥੇ ਉਦਾਸੀ ਦੀ ਚੱਲਿਆ, ਜਿਹੜਾ ਸੋਧਨ ਤਰਤ ਲੁਕਾਈ। ਐਸੇ ਸਤਿਗੁਰੂ ਮਹਾਰਾਜ ਕਹਿੰਦੇ ਜੋ ਕੁਛ ਵੀ ਪਾਉਣਾ ਸੀ ਪਰਮੇਸ਼ਰ ਦੇ ਦਰ ਤੋਂ, ਉਹ ਇੱਕੋ ਵਾਰੀ ਜੋ ਕੁਛ ਪਾਇਆ ਸੋ ਇੱਕ ਵਾਰ। ਅਸੀਂ ਜੋ ਪਰਮੇਸ਼ਰ ਦੇ ਸੰਬੰਧਤਾ ਵਿੱਚ ਉਪਦੇਸ਼, ਨਾਮ, ਬੈਰਾਗ, ਗਿਆਨ ਇਹ ਪਾਉਣਾ ਸੀ, ਇੱਕੋ ਵਾਰੀ ਪਾ ਲਿਆ। ਦੁਆਰੇ ਗੁਰਾਂ ਨੂੰ ਪੁੱਛਣ ਦੀ ਲੋੜ ਨਾ ਪਵੇ। ਘਰ ਘਰ ਵੇਖੈ ਸਿਰਜਣਹਾਰ। ਪਰਮਾਤਮਾ ਦਾ ਨਾਮ, ਉਸ ਨਾਮ ਦਾ ਕਰ ਕੀ? ਸਰਵਣ ਕਰ। ਨਾਮ ਦਾ ਕਰ ਅੱਗੇ ਫੇਰ ਕਰ ਕੀ? ਕਰ ਮੰਨਣ ਕਰ। ਤੇ ਫਿਰ ਜਦੋਂ ਸਰਵਣ ਤੇ ਮੰਨਣ ਕਰੇਗਾ, ਉਹਦੀ ਕਮਾਈ ਕਰਨ ਵਾਲੇ ਜਿਹੜੇ ਨੇ ਉਹ ਸਿਰਜਣਹਾਰ, ਰਚਨਹਾਰ ਵਾਹਿਗੁਰੂ ਦੇ ਸਰੂਪ ਨੂੰ ਵੇਖ ਲੈਂਦੇ ਨੇ। ਸਿਰਜਣਹਾਰ ਨੂੰ, ਸਿਰਜਣਹਾਰ ਸੰਸਾਰ ਨੂੰ ਪੈਦਾ ਕਰਨ ਵਾਲੇ ਨੂੰ। ਤੇ ਕਹਿੰਦੇ ਤਬਾ ਜੀ ਫਿਰ ਤੁਸੀਂ ਹੋਰ ਕੀ ਕਾਰ ਕੀ ਕਹਿ ਕੇ ਕਰਦੇ ਹੋ? ਪੁੱਛਦੇ ਨੇ, ਸਿੱਧ ਮਹਾਰਾਜ ਦੱਸਦੇ ਨੇ, ਨਾਨਕ ਸੱਚੇ ਕੀ ਸਾਚੀ ਕਾਰ। ਮਹਾਰਾਜ ਕਹਿੰਦੇ ਵੀ ਹੋਰ ਕਿਹੜੀ ਕਾਰ ਕਰ ਰਹੀ ਹੈ? ਜਿਹੜੀ ਭਗਤੀ ਕਰ ਰਹੀ ਹੈ, ਭਗਤੀ ਦੀ ਕਾਰ ਹੈ ਸਾਡੀ, ਤਾਂ ਰਾਤ ਦਿਨ ਇਹੀ ਕਰਦੇ ਹਾਂ ਅਸੀਂ। ਇਹ ਵਾਹਿਗੁਰੂ ਦੀ ਸੱਚੀ ਕਾਰ ਕਰਦੇ ਹਾਂ ਅਤੇ ਹੋਰਨਾਂ ਤੋਂ ਵੀ ਕਰਾਉਣੇ ਆ, ਗੁਰਸਿੱਖਾਂ ਤੋਂ ਵੀ ਤੁਸੀਂ ਵੀ ਕਰਿਆ ਕਰੋ। ਕਹਿੰਦੇ ਸਿੱਧੋ ਤੁਹਾਨੂੰ ਵੀ ਅਸੀਂ ਕਹਿੰਦੇ ਇਹੀ ਸੱਚੀ ਕਾਰ ਕਰਿਆ ਕਰੋ। ਆ ਜਿਹੜਾ ਦਸਮ ਦੁਆਰ ਦੀਆਂ ਸਮਾਧੀਆਂ ਅਨਹਦ ਦੇ ਲਾਲਚ ਦੇ ਕੇ ਭੂਤ ਵਰਗੀਆਂ ਸ਼ਕਲਾਂ ਅੱਧਿਆਂ ਦੀਆਂ ਕੀਰੀਆਂ ਪਈਆਂ, ਤੁਸੀਂ ਆ ਸਵਾਹ ਮਲ ਕੇ, ਤੇ ਇਸ ਕਰਕੇ ਤੁਸੀਂ ਵੀ ਇਹ ਸੱਚੀ ਕਾਰ ਕਰਿਆ ਕਰੋ ਜਿਹੜੀ ਤੁਹਾਨੂੰ ਅਸੀਂ ਦੱਸ ਰਹੇ ਹਾਂ। ਆਦੇਸ਼ ਕਿਸੈ ਆਦੇਸ਼। ਮਹਾਰਾਜ ਸਾਹਿਬ ਜੀ ਫਿਰ ਇਹਦੇ ਦੁਆਰਾ ਵਿਧੀ ਪੱਖ ਦੁਆਰਾ ਉਪਦੇਸ਼ ਦਿੰਦੇ ਹੈ ਤੇ ਫਿਰ ਨਿਖੇਧ ਪੱਖ ਦੁਆਰਾ। ਪਰ ਇਹਦੇ ਅਰਥ ਹੋਈ ਨਮਸਕਾਰ ਹੈ ਤੇ ਉਸੇ ਤਾਈ ਨਮਸਕਾਰ ਹੈ ਸਾਨੂੰ ਅਸੀਂ ਨਮਸਕਾਰ ਕਰਦੇ ਹਾਂ ਜੀ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ। ਆਦ ਅਨੀਲ ਅਨਾਦ ਅਨਾਹਤ, ਜਿਹੜਾ ਜਗ ਦਾ ਆਦ ਮੁੱਢ ਹੈ। ਅਨੀਲ ਰੰਗ ਕਲੰਕਾਂ ਆਤੋ ਗਿਣਤੀ ਤੋਂ ਰਹਿਤ ਹੈ, ਅਨਾਦ ਮੁੱਢ ਤੋਂ ਰਹਿਤ ਹੈ ਤੇ ਅਨਾਦੀ ਹੈ। ਜੁਗ ਜੁਗ ਏਕੋ ਵੇਸ਼, ਅਨਾਹਦ ਨਾਸਾਂ ਤੋਂ ਰਹਿਤ, ਨਾਸ ਤੋਂ ਰਹਿਤ ਹੈ, ਉਹਦਾ ਨਾਸ ਨਹੀਂ ਹੁੰਦਾ। ਜੁਗਾਂ ਜੁਗਾਂ ਵਿੱਚ ਇੱਕੋ ਹੀ ਵੇਸ਼ ਕੀ ਸਰੂਪ ਹੈ ਉਸਦਾ। ਇਹੀ ਵਚਨ ਕਰਤਾਰਪੁਰ ਸਾਹਿਬ ਫਿਰ ਮਹਾਰਾਜ ਸਾਹਿਬ ਨੂੰ ਸਿੱਖਾਂ ਨੇ ਪੁੱਛ ਲਿਆ, ਗਰੀਬ ਨਵਾਜ਼ ਕਿਰਪਾ ਕਰੋ। ਤੇ ਸੱਚੇ ਪਾਤਸ਼ਾਹ ਜੀ ਇਹ ਉੱਤਰ ਪ੍ਰਸ਼ਨਾਂ ਦੇ ਨਾਲ ਸਿੱਖ ਮੁਖ ਦੁਆਰਾ ਪ੍ਰਸ਼ਨ ਤੇ ਉੱਤਰ ਮਹਾਰਾਜ ਉੱਤਰ ਦੇਣਗੇ ਸਿੱਖ ਵੱਲੋਂ ਪ੍ਰਸ਼ਨ ਕਿ ਮਹਾਰਾਜ ਸਾਹਿਬ ਜੀ ਨੂੰ ਗਰੀਬ ਨਵਾਜ਼ ਕਿਰਪਾ ਕਰੋ ਤੇ ਸਰੂਪ ਦੇ ਬਾਰੇ ਵਾਕਫੀਅਤ ਦਿਓ। ਪ੍ਰਕਾਸ਼ ਰੂਪ ਜਿਹੜਾ ਵਾਹਿਗੁਰੂ ਹੈ ਉਹਦਾ ਟਿਕਾਣਾ ਦੱਸੋ। ਮਹਾਰਾਜ ਕਹਿੰਦੇ ਹੇ ਗੁਰਸਿੱਖੋ ਅੱਗੇ ਦੱਸਦੇ ਨੇ, ਆਸਣ ਲੋਏ ਲੋਏ ਭੰਡਾਰ। ਤੇ ਜੋ ਵਾਹਿਗੁਰੂ ਲੋਏ ਪ੍ਰਕਾਸ਼ ਰੂਪ ਹੈ, ਬਾਕੀ ਸਾਰਿਆਂ ਨੂੰ ਵੀ ਆਪਣੀ ਚੇਤਨ ਸੱਤਾ ਰੂਪ ਲੋਏ ਪ੍ਰਕਾਸ਼ ਦੇ ਨਾਲ ਪ੍ਰਕਾਸ਼ਵਾਨ ਕਰਦਾ ਹੈ। ਜਿਵੇਂ ਖਟ ਜੋਤੀਆਂ ਨੇ, ਬੁੱਧੀ, ਬਿਜਲੀ, ਚੰਦ, ਸੂਰਜ, ਤਾਰੇ ਹੈ, ਇਹ ਖਟ ਜੋਤੀਆਂ ਮੰਨਿਆ ਕਿ ਇਹ ਵੀ ਤਾਂ ਆਪਣੇ ਆਪ ਪ੍ਰਕਾਸ਼ ਨੇ, ਪਰ ਨਹੀਂ। ਸਭੇ ਜੋਤ ਜੋ ਸਾਹਿਤੇ ਤਿਸ ਤੇ ਚਾਨਣ ਸਭੇ ਚਾਨਣ ਹੋਏ। ਉਹਦੇ ਤਿਸ ਤੇ ਚਾਨਣ, ਉਹਦੇ ਚਾਨਣ ਕਰਕੇ ਪ੍ਰਕਾਸ਼ ਮਿਲੇ। ਤੇ ਜਿਸ ਦੀ ਲੋ ਚਾਨਣੇ ਨੂੰ ਲੈ ਕੇ ਸਭ ਪ੍ਰਕਾਸ਼ਮਾਨ ਹੋਏ। ਇਹੋ ਜਿਹਾ ਵਾਹਿਗੁਰੂ। ਉਹਦਾ ਸਾਰਿਆਂ ਦਾ ਆਸਣ ਦਾ ਅਰਥ ਹੈ ਅਧਿਸ਼ਠਾਨ।
ਉਹ ਸਾਰਿਆਂ ਦੇ ਹਿਰਦੇ ਵਿੱਚ ਅਧਿਸ਼ਠਾਨ ਰੂਪ ਹੋ ਕੇ ਗਿਆਨ ਸਰੂਪੀ ਦੀਵੇ ਦੁਆਰਾ, ਦੂਸਰਾ ਲੋਕ ਦੇ ਵਿੱਚੋਂ ਲੈਣਾ ਗਿਆਨ ਰੂਪ ਪ੍ਰਕਾਸ਼, ਤੇ ਉਹ ਪ੍ਰਕਾਸ਼ ਦਾ ਆਸਣ ਉਹਨੂੰ ਜਾਣੀਦਾ ਹੈ। ਗਿਆਨ ਸਰੂਪ ਦੀਵੇ ਦੁਆਰਾ ਉਸ ਪ੍ਰਕਾਸ਼ ਸਰੂਪ ਆਸਣ ਨੂੰ ਜਾਣ ਲਈਦਾ ਹੈ। ਅਤੇ ਲੋ ਸਤੋਗੁਣ ਸੰਪੰਨ ਪ੍ਰਕਾਸ਼ ਸਹਿਤ ਜੋ ਹਿਰਦਾ, ਭਾਵ ਕੀ ਹੈ ਵੀ ਦੈਵੀ ਸੰਪਦਾ, ਵੈਰਾਗ, ਵਿਵੇਕ, ਖਟ ਸੰਪਤੀ, ਮੋਖ, ਇੱਛਾ, ਇਹਨਾਂ ਸਾਧਨਾ ਸੰਪੰਨ ਹੋ ਕੇ ਫਿਰ ਸਰਵਣ ਗਿਆਨ, ਮੰਨਣ ਗਿਆਨ ਇਹ ਪ੍ਰਾਪਤ ਕਰਕੇ, ਤੇ ਲੋਹ ਵਾਲਾ ਮੰਨਣ ਗਿਆਨ, ਲੋਹ ਵਾਲਾ ਨਿਧਿਆਸਨ ਗਿਆਨ, ਪ੍ਰਕਾਸ਼ ਵਾਲਾ ਫਿਰ ਤਤ ਤੋਂ ਪੈਦਾ ਸੁਸ਼ੋਧਨ, ਪ੍ਰਕਾਸ਼ ਵਾਲਾ ਫਿਰ ਸਰੂਪ ਪ੍ਰਭੂ ਸਾਖਸ਼ਾਤ ਹੋ ਜਾਂਦਾ ਹੈ। ਉਹ ਨਿਧਿਆਸਨ ਹੈ ਸਾਖਸ਼ਾਤ ਕਰਨ ਵਾਲਾ। ਤੋ ਇਸ ਕਰਕੇ ਉਹਦੀ ਸਰੂਪ ਦੀ ਸਿੱਖਿਆਤਾਕਾਰ ਗਿਆਨ ਦੇ ਲੋਏ ਪ੍ਰਕਾਸ਼ ਵਾਲਾ ਹੈ। ਇਹੀ ਸਾਡਾ ਭੰਡਾਰਾ ਹੈ। ਲੋਏ ਭੰਡਾਰ, ਇਹ ਪ੍ਰਕਾਸ਼ ਰੂਪੀ ਭੰਡਾਰਾ ਹੈ। ਗੁਰਸਿੱਖੋ, ਇਹ ਭੰਡਾਰੇ ਨੂੰ ਤੁਸੀਂ ਆਪਣੇ ਹਿਰਦੇ 'ਚ ਵਸਾਓ। ਇਹ ਗਿਆਨ ਰੂਪੀ ਭੰਡਾਰਾ, ਇਹੀ ਅਸੀਂ ਵਰਤਾਉਂਦੇ ਹਾਂ ਜਗਿਆਸੂਆਂ ਨੂੰ। ਗਿਆਨ ਵਾਲੇ ਹਿਰਦੇ ਰੂਪੀ ਭੰਡਾਰੇ ਦੁਆਰਾ ਹੀ ਜਗਿਆਸੂਆਂ ਨੂੰ ਗਿਆਨ ਵਰਤਾਇਆ ਜਾ ਸਕਦਾ ਹੈ। ਜੇ ਹਿਰਦੇ 'ਚ ਗਿਆਨ ਨਹੀਂ, ਅਗਿਆਨ ਹੈ, ਉੱਥੇ ਕੀ ਵਰਤਾਊਗਾ? ਇਹ ਪ੍ਰਕਾਸ਼ ਰੂਪ ਭੰਡਾਰਾ ਹੈ। ਜੋ ਕਿਛ ਪਾਇਆ ਸੋ ਏਕਾ ਵਾਰ। ਹੇ ਗੁਰਸਿੱਖੋ, ਸੱਚੇ ਸਤਿਗੁਰੂ ਪਾਸੋਂ ਸਿੱਖ ਨੇ ਜੋ ਕੁਝ ਵੀ ਗਿਆਨ, ਨਾਮ, ਪਦਾਰਥ ਪਾਉਣਾ, ਉਹ ਇੱਕ ਵਾਰੀ ਇਹ ਪਾ ਲਿਆ, ਉਦੋਂ ਬਾਅਦ ਤਾਂ ਦ੍ਰਿੜ ਕਰਨਾ ਹੁੰਦਾ। ਉਹ ਸਤਿਗੁਰੂ ਇੱਕ ਵਾਰੀ ਉਹ ਕਿਰਪਾ ਕਰ ਦਿੰਦੇ ਨਾ। ਗਿਆਨ ਤਾਂ ਇੱਕ ਵਾਰੀ ਕਰਾਤਾ, ਫਿਰ ਉਹਨੂੰ ਗਿਆਨ ਨੂੰ ਸੱਤੇ ਰੱਖਣ ਵਾਸਤੇ ਨਾ, ਉਹਨੂੰ ਦ੍ਰਿੜ ਕਰਨ ਵਾਸਤੇ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਗੁਰਸਿੱਖਾਂ ਨੂੰ ਪੁੱਛਿਆ, ਮਹਾਰਾਜ ਕਿਰਪਾ ਕਰੋ, ਪ੍ਰਾਪਤ ਕਰਨ ਵਾਲੇ ਜਿਹੜੇ ਬ੍ਰਹਮ ਵੇਤੇ ਨੇ ਉਸ ਪ੍ਰਭੂ ਨੂੰ ਕਿਵੇਂ ਦੇਖਦੇ ਨੇ? ਫਿਰ ਉਹ ਇਹ ਕਿਰਪਾ ਕਰਕੇ ਦੱਸ ਦਿਓ। ਮਹਾਰਾਜ ਨੇ ਫਰਮਾਇਆ ਅੱਗੇ, ਕਰ ਕਰ ਵੇਖੈ ਸਿਰਜਣਹਾਰ। ਕਰ ਕਰ ਵੇਖੈ ਸਿਰਜਣਹਾਰ। ਜਿਵੇਂ ਕਰ ਹੱਥ ਦੇ ਉੱਤੇ, ਕਰ ਹੱਥ, ਇਹਨੂੰ ਵੀ ਕਰ ਕਹਿੰਦੇ ਨੇ, ਇਹਨੂੰ ਵੀ ਕਰ ਕਹਿੰਦੇ, ਦੋ ਨਾ ਕਰ, ਆ ਵੀ ਕਰ, ਆ ਵੀ ਕਰ। ਹੱਥ ਦੇ ਉੱਤੇ ਹੱਥ ਰੱਖ ਲਈਏ, ਅਤਿਅੰਤ ਨੇੜੇ, ਹੱਥ ਦੇ ਹੱਥ ਨੇੜੇ ਹੋ ਗਿਆ ਜਿਵੇਂ ਕਰ ਕਰ। ਇਸ ਤਰ੍ਹਾਂ ਕਹਿੰਦੇ ਜਿਹੜਾ ਕਰ ਦੇ ਉੱਤੇ ਹੱਥ ਕਰਕੇ ਜਿਵੇਂ ਨੇੜੇ ਹੋ ਜਾਂਦੇ ਨੇ, ਉਹ ਬ੍ਰਹਮ ਵੇਤਿਆ ਨੇ ਉਹ ਸਿਰਜਣਹਾਰ ਪ੍ਰਭੂ ਨੂੰ ਅਪਰੋਖ ਗਿਆਨ ਦੁਆਰਾ ਆਪਣਾ ਰੂਪ ਕਰਕੇ ਵੇਖ ਲਿਆ ਕਿ ਸੋ ਪ੍ਰਭ ਸੋਈ ਫਿਰ ਕੇ ਤੂੰ ਭਿਆ ਜਾ ਕੋ ਕਹਿਤਾ। ਔਰ ਜਿਹਨੂੰ ਕਬੀਰ ਸਾਹਿਬ ਕਹਿੰਦੇ, ਮੈਂ ਹੋਰ ਕਹਿੰਦੇ ਸੀ ਤਾਂ ਮੇਰਾ ਆਪਣਾ ਆਪ ਹੀ ਨਿਕਲਿਆ। ਤੇ ਜਿਵੇਂ ਕਰ ਹੱਥ ਦੇ ਉੱਤੇ ਆਵਲਾ ਰੱਖ ਕੇ ਔਲਾ ਦੇਖ ਲਈਦਾ, ਉਹ ਬ੍ਰਹਮ ਵੇਤੇ ਉਹ ਸਿਰਜਣਹਾਰ ਜਗਤ ਨੂੰ ਰਚੈਤਾ ਨੂੰ ਵੇਖ ਲੈਂਦੇ ਨੇ। ਇੱਕ ਕਰ ਹੱਥ ਦੇ ਉੱਤੇ, ਇੱਕ ਦੂਸਰਾ ਔਲੇ ਨੂੰ ਕਰਕੇ ਹੱਥ ਦੇ ਉੱਤੇ ਰੱਖ ਲਿਆ, ਇਹ ਦੂਸਰਾ ਅਰਥ ਹੋ ਗਿਆ। ਉਹ ਸਿਰਜਣਹਾਰ ਨੂੰ ਇਸ ਤਰ੍ਹਾਂ ਬ੍ਰਹਮ ਵੇਤੇ ਵੇਖ ਲੈਂਦੇ ਹਨ। ਨਾਨਕ ਸੱਚੇ ਕੀ ਸਾਚੀ ਕਾਰ। ਕਹਿੰਦੇ ਮਹਾਰਾਜ ਵੀ ਉਹ ਬ੍ਰਹਮ ਵੇਤਿਆਂ ਦਾ ਕਰਤੱਵ ਕੀ ਹੈ? ਫਿਰ ਸਿੱਖਾਂ ਨੇ ਪ੍ਰਸ਼ਨ ਕੀਤਾ ਗੁਰੂ ਨਾਨਕ ਸਾਹਿਬ ਨੂੰ। ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ, ਨਾਨਕ ਸੱਚੇ ਕੀ ਸਾਚੀ ਕਾਰ। ਕਹਿੰਦੇ ਉਹ ਸੱਚੇ ਪ੍ਰਭੂ ਵਾਹਿਗੁਰੂ ਜਿਹੜਾ ਨਾ, ਉਹਦੀ ਭਗਤੀ ਰੂਪੀ ਸੱਚੀ ਕਾਰ ਕਰਦੇ ਨੇ ਬ੍ਰਹਮ ਵੇਤੇ। ਕਿਸੇ ਨੂੰ ਬ੍ਰਹਮ ਵਿਦਿਆ ਰੂਪੀ ਦਾਤ ਦੇਣ ਦੀ ਕਾਰ ਕਰਦੇ ਨੇ, ਸੇਵਾ ਕਰਨ ਕਰਾਉਣ ਦੀ, ਆਪ ਨਾਮ ਜਪਣ ਜਪਾਉਣ ਦੀ, ਇਹ ਸੱਚੀ ਕਾਰ ਆਪ ਕਰਦੇ। ਬ੍ਰਹਮ ਗਿਆਨੀ ਹੋ ਕੇ ਨਾ ਪੂਜਾ ਨਹੀਂ ਕਰਾਉਂਦੇ, ਬੈਠ ਕੇ ਸੇਵਾ ਕਰਦੇ ਰਹਿੰਦੇ। ਕਿਸੇ ਨੂੰ ਦੇਖਿਆ ਵੀ ਇਹਨੂੰ ਮਲ ਦੋਸ਼ ਹੈ ਇਹਦੇ ਅੰਦਰ, ਉਹਦੀ ਨਿਵਰਤੀ ਵਾਸਤੇ ਉਹਨੂੰ ਕਹਿੰਦੇ ਨਿਸ਼ਕਾਮ ਸੇਵਾ ਕਰਿਆ ਕਰ, ਇਹ ਕਰਾਉਂਦੇ ਨੇ ਉਹਦੇ ਕੋਲੋਂ। ਨਿਸ਼ਕਾਮ ਸੇਵਾ ਰੂਪੀ ਕਰਮ ਵਿੱਚ ਲਾ ਦਿੰਦੇ ਨੇ। ਕਿਸੇ ਨੂੰ ਮਨ ਦੀ ਚੰਚਲਤਾ ਗਵਾਉਣ ਵਾਸਤੇ ਕਹਿੰਦੇ ਤੂੰ ਉਪਾਸਨਾ ਕਰਿਆ ਕਰ, ਇਹ ਕਰਾਉਂਦੇ ਨੇ ਬ੍ਰਹਮ ਵੇਤੇ, ਭਗਤੀ ਵਿੱਚ ਲਾਉਂਦੇ ਨੇ। ਕਿਸੇ ਤਾਈ ਨਿਸ਼ਕਾਮੀ ਵੇਖ ਕੇ ਵੀ ਇਹਨੇ ਨਿਸ਼ਕਾਮ ਵੀ ਕਰ ਲਈ, ਉਪਾਸਨਾ ਵੀ ਕਰਕੇ ਇਹ ਹੁਣ ਗਿਆਨ ਕਾਂਡ ਦੇ ਇਸਤਤ ਕਰਨ ਯੋਗ ਹੈ, ਉਹਨੂੰ ਫਿਰ ਗਿਆਨ ਕਾਂਡ 'ਚ ਇਸਤਤ ਕਰ ਦਿੰਦੇ ਨੇ। ਇਹ ਉਹਨਾਂ ਦੀ ਬ੍ਰਹਮ ਪ੍ਰਾਪਤੀ ਦੀ ਕਰਨ ਕਰਾਉਣ ਵਾਲੀ ਸੱਚੀ ਕਾਰ ਹੈ ਜੀ ਬ੍ਰਹਮ ਵੇਤਿਆਂ ਦੀ। ਆਪ ਮੁਕਤ ਕਰੈ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਐਸੇ ਬ੍ਰਹਮ ਵੇਤਿਆਂ ਨੂੰ ਨਮਸਕਾਰ ਹੀ ਹੈ। ਆਦੇਸ਼ ਤਿਸੈ ਆਦੇਸ਼। ਆਦੇਸ਼ ਨਮਸਕਾਰ ਹੈ, ਤਿਸੇ ਉਸ ਵਾਹਿਗੁਰੂ ਤਾਂ ਹੀ ਆਦੇਸ਼ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜੋ ਸਾਰੇ ਜਗ ਦਾ ਆਦ ਮੁੱਢ ਰੂਪ ਹੈ, ਜਿਸ ਤੋਂ ਇਹ ਸਾਰਾ ਸੰਸਾਰ ਪ੍ਰਤੀਤ ਹੋ ਰਿਹਾ ਹੈ, ਉਹ ਚੇਤਨ ਹੈ, ਆਦ ਰੂਪ ਹੈ, ਮੁੱਢ ਰੂਪ ਹੈ। ਅਨੀਲ नीले रंग आद तो रहता है, नील गिनती तो रहता है। अनाद अन जमा आद तो रहत है। ना तिस बाप ना माए किन तू जाया। ओदा मां बाप कौन है? ना तातंग ना मातंग ना जातंग ना पातंग। ऐसा परमेश्वर वाहिगुरु है। वो अनाहत नाश तो रहत है,
ਕਿਸੇ ਸ਼ਸਤਰ ਆਦਿ ਹੱਥ ਮਾਰਨੇ ਕਰਕੇ ਜਾਂ ਕਿਸੇ ਰੋਗ ਕਰਕੇ ਉਹਦਾ ਨਾਸ ਨਹੀਂ ਹੁੰਦਾ। ਉਹ ਐਸਾ ਵਾਹਿਗੁਰੂ ਹੈ। ਜੁਗ ਜੁਗ ਏਕੋ ਵੇਸ, ਤੇ ਜੁਗ ਜੁਗ ਏਕੋ ਵੇਸ। ਜੁਗ ਦੋ ਜੀਵ ਤੇ ਈਸ਼ਵਰ, ਜੁਗ ਦੋ ਪੁਰਖ ਤੇ ਪ੍ਰਕਿਰਤੀ। ਇਹਨਾਂ ਦੋਨਾਂ ਦੇ ਵਿੱਚ ਇੱਕੋ ਹੀ ਵੇਸ ਕੀ ਸਰੂਪ ਹੈ। ਤੇ ਇੱਥੇ ਤੱਕ ਸਿੱਧਾਂ ਦੇ ਨਾਲ ਪ੍ਰਸ਼ਨ ਉੱਤਰ ਹੁੰਦਿਆਂ ਸਿੱਧੇ ਤੌਰ ਤੇ 4 ਪੌੜੀਆਂ ਤੋਂ ਸਿੱਧੇ ਤੌਰ ਤੇ ਯੋਗ ਦੇ ਚਿੰਨ੍ਹਾਂ ਦੀ ਗੱਲ, ਮੁੰਦਾ ਸੰਤੋਖ ਤੋਂ ਸ਼ੁਰੂ ਕਰਕੇ ਆਸਨ ਲੋ ਲੋ ਭੰਡਾਰ ਤੱਕ ਤੋਂ ਇਉਂ ਫਿਰ ਮਹਾਰਾਜ ਨੇ ਬ੍ਰਹਮ ਵਿਦਿਆ ਦਾ ਕਥਨ ਕੀਤਾ। ਨਾਲ ਨਾਲ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਯੋਗ ਦਾ ਮਾਰਗ ਦਰਸਾਇਆ ਹੈ। ਇੱਕ ਰਾਜ ਯੋਗ ਹੈ, ਭਗਤ ਯੋਗ ਹੈ, ਇੱਕ ਹਠ ਯੋਗ ਹੈ। ਹੁਣ ਜਿਹੜਾ ਹਠ ਯੋਗ ਹੈ, ਕਿਉਂਕਿ ਯੋਗੀਆਂ ਦੀ ਗੱਲ ਸਮਾਪਤ ਹੋ ਕੇ ਹਟੀ ਹੈ, ਉਹ ਜਿਹੜਾ ਹਠ ਯੋਗ ਹੈ ਉਹਦੇ 8 ਅੰਗ ਨੇ ਜਿਨ੍ਹਾਂ ਨੂੰ ਧਾਰਨ ਕਰਕੇ ਜੰਮਣ ਮਰਨ ਤੋਂ ਰਹਿਤ ਹੋ ਜਾਈਦਾ। ਤੇ ਭਗਤ ਯੋਗ ਦੀ ਆਗਿਆ ਦਿੱਤੀ ਹੈ ਗੁਰੂ ਸਾਹਿਬ ਨੇ, ਹਠ ਯੋਗ ਦੀ ਆਗਿਆ ਨੇ ਦਿੱਤੀ। ਉਹਦੇ ਵੀ 8 ਅੰਗ ਨੇ ਤੇ ਭਗਤ ਯੋਗ ਦੇ ਵੀ 8 ਅੰਗ ਨੇ। ਇਸ ਕਰਕੇ ਤਾਂ ਫਿਰ ਇਹਦਾ, ਕਿਉਂਕਿ ਯੋਗੀਆਂ ਦੇ ਚਿੰਨ੍ਹਾਂ ਦੀ ਵਿਚਾਰ ਹੋ ਕੇ ਹਟੀ ਹੈ, ਇਹ ਬਹੁਤ ਜ਼ਰੂਰੀ ਹੈ ਕਿ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਸਮਝ ਲਈਆਂ ਜਾਣ। ਤੇ ਘੱਟ ਸਮਝ ਆਉਣਗੀਆਂ ਤਾਂ ਫਿਰ ਸਮਝ ਆ ਜਾਏਗੀ। ਜਿਹੜੀ ਗੱਲ ਅੱਜ ਸਮਝ ਆ ਜਾਂਦੀ ਹੈ ਅੱਜ ਇਹ ਜਿਹੜਾ ਨਾ ਯੋਗ ਦੇ 8 ਅੰਗ ਨੇ, ਯਮ ਨੇਮ ਪ੍ਰਾਤਾਹਾਰ ਧਾਰਨਾ ਧਿਆਨ ਸਮਾਧ ਆਦਿ ਇਹਨਾਂ ਦੇ ਨਾਮ ਨੇ। ਉਹ ਮੈਂ ਇੱਕ ਇੱਕ ਕਰਕੇ ਆਪ ਜੀ ਨੂੰ ਬੇਨਤੀ ਕਰਾਂਗਾ। ਯਮ, ਯਮ ਕਿਹਨੇ? ਇਹ ਯੋਗੀਆਂ ਦਾ ਹੈ, ਹਠ ਯੋਗੀਆਂ ਦਾ ਹੈ। ਗੱਲ ਇਹ ਜਾਣਕਾਰੀ ਵਾਸਤੇ ਹੈ। ਸਾਡੇ ਕਰਨ ਵਾਲੀ ਜਿਹੜੀ ਗੱਲ ਹੈ ਉਹ ਦੁਬਾਰੇ ਆਊਗੀ। ਜਿਹੜਾ ਭਗਤ ਯੋਗ ਹੈ ਉਹਦੇ ਚ ਆ ਗਈ ਗੁਰਮਤ ਯੋਗ ਜਿਹਨੂੰ ਕਹਿੰਦੀ ਹੈ। ਯਮ ਮਨ ਤੇ ਇੰਦਰੀਆਂ ਨੂੰ ਰੋਕਣਾ, ਇਹਨੂੰ ਵਰਤ, ਇਹਨੂੰ ਯਮ ਕਹਿੰਦੇ ਨੇ। ਇਹ ਯਮ ਦਾ ਪਹਿਲਾ ਜਿਹੜਾ ਹਠ ਯੋਗ ਦਾ 8 ਦੇ ਜਿਹੜੇ ਅੰਗ ਨੇ ਯੋਗ ਦੇ, ਉਹ ਚੋਂ ਇੱਕ ਅੰਗ ਹੈ ਇਹ। ਪਰ ਇਹ ਇਕੱਲਾ ਹੀ ਅੱਗੇ 5 ਪ੍ਰਕਾਰ ਦਾ ਹੈ। ਜਿਵੇਂ ਇੱਕ ਟਾਹਣੀ ਤੋਂ ਹੋਰ ਟਾਹਣੀਆਂ ਫੁੱਟਦੀਆਂ ਨੇ, ਉਹਦੇ ਚ 5 ਪ੍ਰਕਾਰ ਦਾ। ਉਹ ਕੀ ਹੈ? ਯਾਦ ਰੱਖਣਾ ਵੀ ਜਮ ਦੇ 5 ਹਿੱਸੇ ਹੋ ਰਹੇ ਨੇ ਅੱਗੇ। ਉਹ ਕੀ ਹੈ? ਅਹਿੰਸਾ, ਜੀਵਾਂ ਨੂੰ ਮਾਰਨਾ ਤੇ ਦੁੱਖ ਦੇਣ ਦਾ ਤਿਆਗ ਕਰ ਦੇਣਾ। ਵੀ ਨਾ ਤਾਂ ਕਿਸੇ ਜੀਵ ਨੂੰ ਦੁੱਖ ਦੇਣਾ ਤੇ ਨਾ ਜੀਵ ਮਾਰਨਾ, ਨਾ ਜੀਵ ਮਾਰ ਕੇ ਖਾਣਾ। ਹੱਤਿਆ ਨਹੀਂ ਕਰਨੀ। ਅਸੰਖ ਗਲਵੱਡ ਹੱਤਿਆ ਕਮਾਏ ਪਿੱਛੇ ਕਹਿ ਕੇ ਹਟੇ ਮਹਾਰਾਜ। ਕਿਸੇ ਜੀਵ ਨੂੰ ਅਹਿੰਸਾ, ਹਿੰਸਾ ਤੋਂ ਰਹਿਤ ਹੋਣਾ। ਅੱਗੇ ਹਿੰਸਾ 3 ਪ੍ਰਕਾਰ ਦੀ ਹੈ। ਹੁਣ ਯਮ ਹੈ ਜਿਹੜਾ, ਹੁਣ ਯਮ ਦੇ ਅੱਗੇ 5 ਪ੍ਰਕਾਰ ਦਾ ਸੀ। 5 ਪ੍ਰਕਾਰ ਤੋਂ ਇੱਕ ਪ੍ਰਕਾਰ ਲਿਆ ਵੀ ਅਹਿੰਸਾ। ਹੁਣ ਹਿੰਸਾ ਹੀ 3 ਪ੍ਰਕਾਰ ਦੀ ਹੈ। ਮਨ ਤੋਂ ਬੁਰਾ ਨਾ ਚਿਤਵਣਾ, ਜ਼ਬਾਨ ਤੋਂ ਫਿੱਕਾ ਨਾ ਬੋਲਣਾ, ਸਰੀਰ ਕਰਕੇ ਕਿਸੇ ਜੀਵ ਨੂੰ ਨਾ ਮਾਰਨਾ। ਇਹ ਅਹਿੰਸਾ 3 ਪ੍ਰਕਾਰ ਦੀ ਹੈ। ਮਨ ਵਚ ਕਾਇਆ 3 ਕਿਹਾ ਇਹਨਾਂ ਨੂੰ। ਤੇ ਇਸ ਕਰਕੇ ਯਮ ਦੇ ਵਿੱਚ ਤੇ ਅਹਿੰਸਾ 3 ਪ੍ਰਕਾਰ ਦੀ, ਇਹ ਆਪ ਜੀ ਨੇ ਸੁਣ ਲਈ ਹੈ। ਦੂਸਰਾ ਹੈ ਜਿਹੜਾ ਯਮ 5 ਪ੍ਰਕਾਰ ਦੇ ਵਿੱਚੋਂ ਇੱਕ ਆ ਗਿਆ ਨਾ ਅਹਿੰਸਾ। ਹੁਣ ਦੂਸਰਾ ਗਿਆ ਸੱਤਿਆ, ਸੱਚ, ਝੂਠ ਦਾ ਤਿਆਗ ਕਰ ਦੇਣਾ। ਇਹ ਵਰਤ ਹੈ, ਝੂਠ ਨਾ ਬੋਲੇ, ਸਦਾ ਸੱਚ ਬੋਲੇ। ਤੇ ਤੀਸਰਾ ਹੈ ਅਸਤਿਆ, ਚੋਰੀ ਦਾ ਤਿਆਗ ਕਰਨਾ। ਸਰੀਰ ਕਾ ਕਿਸੇ ਦੀ ਚੋਰੀ ਨਾ ਕਰਨੀ, ਚੀਜ਼ ਨਾ ਚੱਕਣੀ, ਭਾਵੇਂ ਕਿਸੇ ਦਾ ਸੋਨਾ ਪਿਆ। ਮਨ ਤੇ ਪਾਪ ਜਿਹੜੇ ਲੁਕਾਉਣੇ, ਇਹ ਵੀ ਪਾਪ ਹੈ। ਚੋਰੀ ਤੋਂ ਰਹਿਤ, ਮਨ ਦੀ ਚੋਰੀ ਤੋਂ ਵੀ ਰਹਿਤ ਹੋਣਾ। ਇਹ 3 ਹੋ ਗਏ। ਚੌਥਾ ਬ੍ਰਹਮਚਾਰਜ ਜਤ ਰੱਖਣਾ, ਵਿਦਿਆ ਦਾ ਅਭਿਆਸ ਕਰਨਾ। ਤੇ ਭਾਵ 8 ਪ੍ਰਕਾਰ ਦੇ ਕਾਮ ਦਾ ਤਿਆਗ ਕਰਨਾ। ਅੱਗੇ ਹੁਣ ਬ੍ਰਹਮਚਾਰਜ 8 ਪ੍ਰਕਾਰ ਦਾ। ਤੇ ਇਕਾਂਤ ਵਿੱਚ ਦੂਸਰੇ ਸਰੀਰ ਨਾਲ ਕਾਮ ਮਾਤਰ ਹੋ ਕੇ ਗੱਲਾਂ ਕਰਨੀਆਂ ਇੱਕ, ਤੇ ਗੱਲਾਂ ਸੁਣਨੀਆਂ, ਗੱਲਾਂ ਕਰਨੀਆਂ ਪਹਿਲਾਂ ਆਪਣੇ ਜ਼ਬਾਨ ਨਾਲ, ਵਿਸ਼ੇ ਰਸ ਦੀਆਂ ਕਿਸੇ ਨਾਲ। ਤੇ ਦੂਸਰਾ ਗੱਲਾਂ ਸੁਣਨੀਆਂ ਕੰਨਾਂ ਨਾਲ। ਇਹ ਵੀ ਜਿਹੜਾ ਨਾ ਜਤਪਣੇ ਨੂੰ ਖਤਮ ਕਰ ਦਿੰਦਾ। ਤੀਸਰਾ ਇਕਾਂਤ ਵਿੱਚ ਮਿਲਣਾ ਪਰਾਏ ਸਰੀਰ ਨੂੰ ਮੰਦੀ ਵਾਸ਼ਨਾ ਕਰਕੇ। ਤੇ ਫਿਰ ਅੰਗ ਪਰਸਨੇ ਚੌਥਾ ਹੋਇਆ। 5ਵਾਂ ਪ੍ਰੇਮ ਨਾਲ ਦੇਖਣਾ। 6ਵਾਂ ਹਿਰਦੇ ਨਾਲ ਲਾਉਣਾ। ਤੇ 7ਵਾਂ ਮਨ ਦੇ ਵਿੱਚ ਚਿਤਵਣੀ ਕਰਨੀ। 8ਵਾਂ ਭੋਗ ਕਿਰਿਆ ਸਰੀਰ ਦੁਆਰਾ ਤੇ ਗਰਕ ਹੋ ਜਾਣਾ, ਅਪਵਿੱਤਰ ਹੋ ਜਾਣਾ। ਇਹ 8 ਪ੍ਰਕਾਰ ਦਾ। ਤੇ ਮੈਥਨ 8 ਪ੍ਰਕਾਰ ਕਬਜਨ ਕਹਿਓ ਬਖਾਨ। ਸਰਵਣ ਕੀਰਤਨ ਸਿਮਰਨ ਚਿਤਵਿਤ ਬਾਤ ਅਕੰਤ, ਦ੍ਰਿੜ ਸੰਕਲਪ ਪ੍ਰਯਤਨ ਪ੍ਰਾਪਤ ਅਸਤ ਕਹੰਤ। ਐ ਲਿਖਿਆ ਗ੍ਰੰਥਾਂ 'ਚ। ਇਹ 8 ਪ੍ਰਕਾਰ ਦੇ ਕਾਮ ਤੋਂ ਬਚੇ, ਉਹਨੂੰ ਕਹਿੰਦੇ ਨੇ ਵੀ ਇਹ। ਤੇ ਇਸ ਤੋਂ ਅੱਗੇ ਤੇ ਅਪਰਗਿਆ ਧਨ ਆਦਿ ਜੋੜਨ ਦਾ ਤਿਆਗ ਕਰ ਦੇਣਾ। ਇਹ 5 ਇਹਦੇ ਵਿੱਚੋਂ ਸੀ। ਹੁਣ ਦੂਜਾ ਯਮ ਤੇ ਨੇਮ। ਜਿਹੜਾ ਨੇਮ ਹੈ ਇਹ ਫਿਰ ਅੱਗੇ 5 ਪ੍ਰਕਾਰ ਦਾ। ਸੌਚ, ਪਵਿੱਤਰਤਾ, ਸਰੀਰ ਨੂੰ ਸੁੱਚਾ ਰੱਖਣਾ। ਆਇਨੇ ਮੇ ਮੈਲੇ ਪਿਆਲੇ ਜੇ ਕੱਪੜੇ ਰੱਖਣੇ ਤੇ ਐਵੇਂ ਦਲਦਰੀ ਦੇ ਬਣੇ ਰਹਿਣਾ। ਹਰ ਕਹਿੰਦੇ ਇਹ ਬਹੁਤ ਇਹਦੇ 'ਚ ਮਾੜੀ ਗੱਲ ਹੈ।
ਤੇ ਨੇਮ ਜਿਹੜਾ ਇਹਦੇ 'ਚ ਸੋਚ ਪਵਿੱਤਰ, ਸਰੀਰ ਸੁੱਚਾ ਪਵਿੱਤਰ ਰੱਖਣਾ, ਇਸ਼ਨਾਨ ਕਰਨਾ। ਤੇ ਮਹਾਰਾਜ ਸਾਹਿਬ ਦਾ ਹੁਕਮ ਹੈ, ਜੇ ਪਿਸ਼ਾਬ ਦੀ ਕਿਰਿਆ ਕਰਕੇ ਆਇਆ ਮੇਰਾ ਸਿੱਖ ਤਾਂ 5 ਇਸ਼ਨਾਨਾਂ ਕਰੇ, ਗੋਡਿਆਂ ਤੱਕ, ਜਿਹੜੀਆਂ ਲੱਤਾਂ ਤੋਂ ਹੋਵੇ, ਕੂਹਣੀਆਂ ਤੱਕ, ਬਾਹਾਂ ਤੇ ਇੱਕ ਮੂੰਹ ਤੋਂ ਹੋਵੇ। ਜੇ ਮੈਦਾਨ ਗਿਆ ਤਾਂ ਇਸ਼ਨਾਨ ਕਰਕੇ ਮਹਾਰਾਜ ਦੀ ਹਜ਼ੂਰੀ 'ਚ ਜਾਵੇ। ਇਹ ਨਿਯਮਨ, ਚਲੋ ਇਹ ਅੱਗੇ ਗੁਰਮਤਿ ਵਾਲੇ ਨਿਯਮਾਂ 'ਚ ਆ ਜਾਣਗੇ। ਸੁੱਚ ਬਈ ਸਰੀਰ ਸੁੱਚਾ ਰੱਖਣਾ। ਸੰਤੋਖ ਸਬਰ, ਇਹ 2 ਪ੍ਰਕਾਰ ਦਾ ਹੈ। ਸੱਚਾ ਸੰਤੋਖ ਪਰਮਾਤਮਾ ਦੀ ਰਜ਼ਾ ਵਿੱਚ, ਜੋ ਪਦਾਰਥ ਮਿਲਦਾ ਹੈ ਦੁੱਖ ਸੁੱਖ ਵਿੱਚ, ਦੁੱਖ ਮਿਲੇ ਸੁੱਖ ਮਿਲੇ ਉਹਦੇ 'ਚ ਪ੍ਰਸੰਨ ਰਹਿਣਾ, ਇਹਨੂੰ ਸੰਤੋਖੀ ਕਹਿੰਦੇ। ਕੱਚਾ ਸੰਤੋਖ ਪਦਾਰਥ ਨੂੰ ਹੱਥ ਨਾ ਲਾਉਣਾ, ਉੱਪਰੋਂ ਸੰਤੋਖੀ ਹੋਣਾ, ਦਿਖਾਵੇ ਮਾਤਰ, ਤੇ ਅੰਦਰ ਤੇ ਚਾਹਤ ਹੋਣੀ ਵੀ ਮੈਨੂੰ ਆਹ ਚੀਜ਼ ਮਿਲ ਜਾਏ, ਆਪਣੇ ਆਪ ਹੀ ਮਿਲ ਜਾਏ, ਮੇਰਾ ਸੰਤੋਖ ਵੀ ਰਹਿ ਜਾਏ। ਇਹ ਕਾਹਦਾ ਸੰਤੋਖ ਹੈ? ਇਹ ਵਡਿਆਈ ਦਾ ਮਾਰਾ ਹੀ ਭੁੱਖਾ ਤੁਰਿਆ ਫਿਰਦਾ ਹੈ। ਤਪ, ਸੁੱਖ ਦੁੱਖ ਵਿੱਚ ਸਮਭਾਵ ਰਹਿਣਾ, ਇਹ ਵੀ ਅੱਗੇ 3 ਪ੍ਰਕਾਰ ਦਾ ਹੋਇਆ। ਤਾਮਸੀ ਤਪ ਹੈ, ਭੁੱਖੇ ਤਿਆਹੇ ਰਹਿਣਾ, ਧੂਣੀਆਂ ਤਾਪਣੀਆਂ, ਜਲ ਧਾਰਾ ਕਰਨਾ, ਇਹ ਤਾਮਸੀ ਤਪ ਹੈ। ਰਾਜਸੀ ਤਪ ਹੈ, ਕੁਕਰਮਾਂ ਤੋਂ ਇੰਦਰੀਆਂ ਨੂੰ ਰੋਕ ਕੇ ਰੱਖਣਾ, ਸ੍ਰੇਸ਼ਟ ਸੇਵਾ ਆਦਿ ਕਰਨੀ, ਇਹ ਰਾਜਸੀ ਤਪ ਹੈ। ਸ਼ਾਂਤ ਕੀ ਤਪ ਹੈ, ਬਿਰਤੀ ਨੂੰ ਨਾਮ ਵਿੱਚ ਟਿਕਾ ਕੇ ਰੱਖਣਾ। ਸਵਾਧਿਆਇ ਇਹਨੂੰ ਕਹਿੰਦੇ। ਮੁਕਤਾਦਿਕ ਗ੍ਰੰਥ ਜਿਹੜੇ ਮੁਕਤੀ ਦੇਣ ਵਾਲੇ ਉਹ ਪੜ੍ਹਨਾ, ਓੰਕਾਰ ਦਾ ਜਾਪ ਕਰਨਾ, ਮੂਲ ਮੰਤਰ ਦਾ, ਉਹ ਓੰਕਾਰ ਦਾ ਜਾਪ ਕਰਦੇ। ਈਸ਼ਵਰ ਪ੍ਰੈਣ, ਹਉਮੈ ਦਾ ਤਿਆਗ ਹੋ ਕੇ ਕਰਮਾਂ ਦਾ, ਤੇ ਉਹ ਕਰਮ ਨੂੰ ਈਸ਼ਵਰ ਪ੍ਰੈਣ ਕਰ ਦੇਣਾ। ਇਹ ਯਮ ਨੇਮ 2 ਪ੍ਰਕਾਰ ਦਾ ਹੋਇਆ ਇਹ ਜੇ। ਆਸਣ, ਹਠ ਯੋਗ ਦਾ ਤੀਜਾ ਅੰਗ ਹੈ ਆਸਣ। ਇਹ ਯੋਗ ਅਭਿਆਸੀਆਂ ਵਾਸਤੇ ਬੈਠਕਾਂ ਦੱਸਦੇ ਨੇ। ਯੋਗ ਸ਼ਾਸਤਰ ਵਿੱਚ 84 ਆਸਣ ਲਿਖੇ ਨੇ, ਪਸ਼ੂਆਂ ਤੇ ਪੰਛੀਆਂ ਦੀਆਂ, ਤੇ ਉਹਨਾਂ ਦੇ ਬੈਠਣ ਦੇ ਤਰੀਕੇ, ਤੇ ਜਾਂ ਵਸਤੂਆਂ ਦੇ ਆਕਾਰ ਦੇ ਵਰਗੇ ਇਹ ਆਸਣ ਲਾਏ ਜਾਂਦੇ ਨੇ। 84 ਨੇ, ਉਹਨਾਂ ਦੀ ਲੋੜ ਨਹੀਂ ਆਪਾਂ ਨੂੰ ਵੀ 84 ਗਣੀ ਹੈ। ਕਰਨੇ ਕੀ ਨੇ? ਇਹਨਾਂ 'ਚੋਂ 4 ਆਸਣ ਉਹ ਮੈਂ ਬੇਨਤੀ ਕਰ ਦੇਣਾ। ਸਿੱਧ ਆਸਣ ਹੈ, ਪਦਮ ਆਸਣ ਹੈ, ਸਿੰਘਾਸਣ ਹੈ, ਭੱਦਰਾ ਆਸਣ ਹੈ। ਫਿਰ ਪ੍ਰਾਣਾਯਾਮ ਇਹ ਚੌਥਾ ਹੈ ਯੋਗ ਦਾ ਅੰਗ। ਯੋਗ ਸੂਤਰ ਵਿੱਚ ਸਵਾਸਾਂ ਦੇ ਅੰਦਰ ਬਾਹਰ ਜਾਣ ਦੀ ਚਾਲ ਨੂੰ ਆਪਣੇ ਵਸ ਵਿੱਚ ਕਰਨਾ, ਇਹ ਪ੍ਰਾਣਾਯਾਮ ਹੈ। ਪ੍ਰਾਤਾਹਾਰ ਇਹ ਯੋਗ ਦੇ 8 ਅੰਗਾਂ ਵਿੱਚੋਂ ਇਹ 5ਵਾਂ ਅੰਗ ਹੈ। ਇੰਦਰੀਆਂ ਦੇ ਵੇਗ ਨੂੰ ਵਿਸ਼ਿਆਂ ਤੋਂ ਰੋਕ ਕੇ ਮਨ ਦੀਆਂ ਵਾਸ਼ਨਾ ਨੂੰ ਮੇਟ ਕੇ ਆਤਮਾ ਦੀ ਵਿਚਾਰ ਵਿੱਚ ਜੋੜਨਾ। ਇਹ ਚੰਗੀਆਂ ਗੱਲਾਂ ਨੇ, ਇਸ ਕਰਕੇ ਸੁਣਨੀਆਂ ਤੇ ਧਾਰਨ ਕਰਨ ਯੋਗ ਹਨ। ਤੇ 6ਵਾਂ ਧਾਰਨਾ 8 ਇਹ ਯੋਗ ਅਨੁਸਾਰ, ਯੋਗ ਮਤ ਅਨੁਸਾਰ ਇਹ 6ਵਾਂ ਹੈ ਅੰਗ ਯੋਗ ਦਾ, ਤੇ ਉਹ ਹੈ ਟਿਕੀ ਹੋਈ ਹਾਲਤ। ਯੋਗ ਮਤਲਬ ਮਨ ਦੀ ਟਿਕੀ ਹੋਈ ਹਾਲਤ, ਜਿਹਦੇ 'ਚ ਹੋਰ ਸਾਰੇ ਭਾਵ ਭੁੱਲ ਕੇ ਕੇਵਲ ਬ੍ਰਹਮ ਦਾ ਧਿਆਨ ਰਹੇ। ਚਿੱਤ ਨੂੰ ਇਕਾਗਰ ਕਰਨਾ, ਇਹ ਖਾਸ ਅਸਥਾਨ ਤੇ ਸੱਚੀ ਵਸਤੂ ਵਿੱਚ ਜੁੜੇ ਰਹਿਣਾ। ਤੇ ਹੁਣ ਧਿਆਨ, ਇਹ 7ਵਾਂ ਯੋਗ ਦਾ ਅੰਗ। ਧੈ ਦਾ ਅਰਥ ਹੈ ਸੋਚ ਵਿਚਾਰ। ਇਹਦਾ ਧਿਆਨ ਸ਼ਬਦ ਬਣਦਾ ਹੈ, ਧਿਆਨ ਸ਼ਬਦ ਇਹਦੇ ਵਿੱਚੋਂ ਬਣਿਆ, ਧਿਆ ਕਰ ਬਿਰਤੀ ਦੁਆਰਾ। ਤੇ ਇਹਦੇ ਅਰਥ ਬਣਦੇ ਹੈ ਕਿਸੇ ਵਸਤੂ ਵਿੱਚ ਬਿਰਤ ਦਾ ਲਿਵਲੀਨ ਹੋ ਜਾਣਾ, ਚਾਰੇ ਪਾਸਿਓਂ ਮਨ ਨੂੰ ਰੋਕ ਕੇ ਇੱਕ ਵਿਸ਼ੇ ਤੇ ਟਿਕਾ ਲੈਣਾ, ਇਹਨੂੰ ਧਿਆਨ ਕਹਿੰਦੇ ਨੇ। ਯੋਗ ਦਾ 8ਵਾਂ ਅੰਗ ਹੈ ਸਮਾਧ। ਚਿੱਤ ਦੀਆਂ ਬਿਰਤੀਆਂ ਨੂੰ ਰੋਕ ਕੇ ਆਤਮਾ ਦੇ ਧਿਆਨ ਵਿੱਚ ਜੁੜਨਾ। ਧਿਆਨ ਯੋਗ ਜਿਹੜੀ ਵਸਤੂ ਹੈ ਉਹਦੇ 'ਚ ਮਨ ਦਾ ਪੂਰਾ ਟਿਕਾਅ ਹੋ ਜਾਣਾ, ਆਤਮਾ ਦਾ ਪਰਮਾਤਮਾ ਵਿੱਚ ਲੀਨ, ਉਹ ਲੀਨਤਾ, ਤੇ ਇਸੇ ਨੂੰ ਸਮਾਧ ਕਿਹਾ ਜਾਂਦਾ ਹੈ ਭਾਈ। ਤੇ ਅੱਗੇ ਇਹ ਵੀ 2 ਪ੍ਰਕਾਰ ਦੀ ਹੈ। ਸਮਾਧੀ ਦੀ ਪਰਿਭਾਸ਼ਾ ਕੀ ਹੈ? ਜੇ ਕੋਈ ਪੁੱਛੇ ਵੀ ਸਮਾਧੀ ਕੀ ਹੁੰਦੀ ਹੈ? ਦੀ ਸ਼ਬਦ ਜਿਹੜਾ ਇਹ ਸੰਸਕ੍ਰਿਤ ਦਾ ਹੈ, ਸਮਾਂ ਸ਼ਬਦ ਫਾਰਸੀ ਦਾ ਹੈ। ਫਾਰਸੀ ਦੇ ਵਿੱਚ ਸਮਾਂ ਕਹਿੰਦੇ ਨੇ ਆਕਾਸ਼ ਨੂੰ। ਕਹਿੰਦੇ ਬਿਰਤੀ ਜਿਹੜੀ ਦੀ ਬੁੱਧ, ਉਹ ਜਿਹੜੀ ਬੁੱਧ ਹੈ ਸਾਡੀ, ਆਕਾਸ਼ ਦੇ ਗੁਣ ਵਰਗੀ ਹੋ ਜਾਵੇ। ਆਕਾਸ਼ ਦਾ ਗੁਣ ਕੀ ਹੈ? ਆਕਾਸ਼ ਨਿਰਖੋਭ ਹੈ। ਸਮਾਧੀ ਦੇ ਵਿੱਚ ਕੋਈ ਹੋਰ ਫੁਰਨਾ ਨਾ ਤੰਗ ਕਰੇ। ਆਕਾਸ਼ ਸੁੰਨ ਹੈ, ਤੇ ਇਹਨੂੰ ਕਹਿੰਦੇ ਨੇ ਮਹਾਰਾਜ ਅੰਤਰ ਸੁੰਨੰ ਬਾਹਰ ਸੁੰਨੰ ਤ੍ਰੈ ਪਵਨ ਸੁੰਨਮ ਸੁੰਨੰ ਚੌਥੇ ਸੁੰਨੇ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨੰ। ਹੁਣ ਜਿਹੜੀਆਂ ਕਲੀਆਂ ਅੱਖਾਂ ਬੀਜ ਕੇ ਕਬੂਤਰ ਵਾਂਗੂ ਕਹਿੰਦੇ ਨੇ ਜੀ ਮੇਰੀ ਸਮਾਧੀ ਲੱਗੀ ਹੈ, ਇਹ ਸਮਾਧੀ ਨਹੀਂ ਹੈਗੀ, ਪਖੰਡ ਹੋ ਸਕਦਾ, ਇਹਨੂੰ ਬਗਲ ਸਮਾਧੀ ਕਹਿੰਦੇ ਆ। ਮਨ ਕਿਸੇ ਹੋਰ ਪਾਸੇ ਉਤਰੇ ਫਿਰਦਾ ਹੈ। ਸੁਲਤਾਨਪੁਰ ਸਾਹਿਬ ਉਹ ਕਾਜ਼ੀ ਨਵਾਜ਼ ਪੜ੍ਹਦਾ ਸੀ, ਸੁਰਤੀ ਕਿੱਥੇ ਫਿਰਦੀ ਸੀ ਬਸ਼ੇਰੇ ਦੇ ਵਿੱਚ। ਦੌਲਤ ਖਾਨ ਨਵਾਜ਼ ਪੜ੍ਹਦਾ ਸੀ, ਸੁਰਤੀ ਕਿਸੇ ਕਾਬਲ ਕੰਧਾਰ ਘੋੜੇ ਖਰੀਦਦਾ ਸੀ। ਇਹ ਨਹੀਂ ਹੈ। ਸਮਾਧੀ ਦਾ ਅਰਥ ਹੈ ਬਿਰਤੀ ਦਾ ਸੁੰਨ ਰੂਪ ਦੇ ਵਿੱਚ, ਸ਼ਬਦ ਦੇ ਵਿੱਚ ਰੂਪ ਹੋ ਜਾਣਾ। ਇਹ ਜੇ ਕੋਈ ਪੁੱਛੇ ਸਮਾਧੀ ਕੀ ਹੈ, ਇਹ ਸਮਾਧੀ ਦੀ ਪਰਿਭਾਸ਼ਾ ਹੈ ਕਿ ਆਕਾਸ਼, ਸਮਾਂ ਆਕਾਸ਼ ਦੀ ਬੁੱਧ, ਬੁੱਧ ਆਕਾਸ਼ ਦੇ ਗੁਣ ਵਰਗੀ ਅੰਤਰ ਸੁੰਨ ਬਾਹਰ ਸੁੰਨ ਵਾਲੀ ਹੋ ਜਾਣੀ। ਤੇ ਜਿਹਦੇ ਚ ਸੁੰਨ ਦਾ ਅਰਥ ਕੀ ਹੈ? ਅਫੁਰ, ਕੋਈ ਹੋਰ ਫੁਰਨਾ ਨਹੀਂ, ਕੇਵਲ ਵਾਹਿਗੁਰੂ ਦਾ ਫੁਰਨਾ ਹੈ। ਇਹ ਸਮਾਧੀ ਦਾ ਸਮਾਂ ਜਮਾਂ ਦੀ ਸਮਾਧੀ।
ਇਹਨੂੰ ਸਮਾਧੀ ਕਹਿੰਦੇ ਆ। ਤੇ ਫਿਰ ਸਮਾਧੀ ਜਿਹੜੀ ਹੈ 2 ਪ੍ਰਕਾਰ ਦੀ ਲਿਖੀ ਹੈ ਗ੍ਰੰਥਾਂ 'ਚ, ਆਪਣੇ ਗੁਰਮਤ ਦੇ ਗ੍ਰੰਥਾਂ 'ਚ। ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ, ਸੂਰਜ ਪ੍ਰਕਾਸ਼ ਦੇ ਵਿੱਚ ਕਈ ਥਾਂ ਤੇ ਇਹ ਵਿਚਾਰਾਂ ਆਉਂਦੀਆਂ। ਸਾਵਿਕਲ ਸਮਾਧ, ਸਾਵਿਕਲ ਸਮਾਧ ਕਹਿੰਦੇ ਜਿਹਦੇ ਤ੍ਰਿਕੁਟੀ, ਧਿਆਤਾ, ਧਿਆਨ ਤੇ ਇਹ ਤਿੰਨੇ ਭਿੰਨ ਭਿੰਨ ਵੱਖਰੇ ਵੱਖਰੇ ਦਿਸਣ, ਇਹ ਸਾਵਿਕਲ ਸਮਾਧੀ ਹੈ। ਦੂਸਰੀ ਨਿਰਵਿਕਲਪ ਸਮਾਧੀ ਹੈ, ਜਿਹਦੇ ਤ੍ਰਿਕੁਟੀ, ਧਿਆਤਾ, ਧਿਆਨ ਤੇ ਦਾ ਇੱਕ ਰੂਪ ਹੋ ਜਾਣਾ। ਧਿਆਤਾ ਵੱਖਰਾ ਨਹੀਂ, ਧਿਆਨ ਵੱਖਰਾ ਨਹੀਂ, ਤੇ ਵਸਤੂ ਪਰਮਾਤਮਾ ਗੁਰੂ ਸਾਹਿਬ ਉਹ ਵੱਖਰੇ ਨਹੀਂ, ਇੱਕ ਰੂਪ ਹੋ ਗਏ। ਸੰਕਲਪ ਰਹਿਤ ਅਵਸਥਾ ਨੂੰ, ਸੰਕਲਪ ਰਹਿਤ ਅਵਸਥਾ ਨੂੰ ਨਿਰਵਿਕਲਪ ਸਮਾਧ ਕਿਹਾ ਜਾਂਦਾ ਹੈ। ਤੇ ਇਸ ਕਰਕੇ ਇਹ ਸੀ 8 ਯੋਗ ਦੇ ਜਿਹੜੇ ਅੰਗ ਸੀ। ਹੁਣ ਸਾਡੇ ਸਿੱਧੇ ਤੌਰ ਤੇ ਜਿਹੜੇ ਗੁਰਮਤ ਦੇ 8 ਯੋਗ ਹਨ, ਭਗਤੀ ਯੋਗ ਦੇ, ਇਉਂ ਕਹਿ ਲਓ ਗੁਰਮਤ ਯੋਗ ਦੇ, ਉਹ ਕੀ ਨੇ? ਉਹਨੂੰ ਪੂਰੇ ਧਿਆਨ ਨਾਲ ਸੁਣਿਓ। ਵੈਸੇ ਉਹ ਵੀ ਤੁਸੀਂ ਧਿਆਨ ਨਾਲ ਸੁਣਿਆ ਤੇ ਬਰੀਕ ਗੱਲਾਂ ਨੇ, ਪਰ ਇਹਦੇ ਵਿੱਚ ਕੋਈ ਇਹੋ ਜਿਹੀ ਤਾਂ ਹੈ ਨਹੀਂ ਸੀ ਗੱਲ ਜਿਹੜੀ ਕੋਈ ਨਾ ਸਮਝ ਆਵੇ। ਤੇ ਜਚਨ ਇਹੀ ਕੀਤਾ ਗਿਆ ਹੈ ਵੀ ਤਾਂ ਕਿ ਕੋਈ ਗੱਲ ਇਹੀ ਜਿਹੀ ਨਾ ਹੋਵੇ, ਤੁਹਾਡੇ ਛੋਟੇ ਤੋਂ ਛੋਟਾ ਵਿਦਿਆਰਥੀ ਬੈਠਾ ਵੀ ਮੈਂ ਕੋਸ਼ਿਸ਼ ਕਰਦਾ ਉਹਦੇ ਵੀ ਸਮਝ ਆ ਜਾਵੇ ਗੱਲ। ਫਿਰ ਜੇ ਨਾ ਆਵੇ ਤਾਂ ਅਜੇ ਅਣਜਾਣਪਣੇ ਦਾ ਕਸੂਰ ਹੋ ਸਕਦਾ ਹੈ। ਜਿਹੜੇ ਅਜੇ ਗ੍ਰੰਥ ਨਹੀਂ ਪੜ੍ਹੇ ਉਹ ਉਸ ਕਰਕੇ ਵਿਦਿਆ ਦਾ ਹੋ ਸਕਦਾ ਹੈ, ਕਿ ਕਲਾਸ ਦਾ ਹੋ ਸਕਦਾ ਵੀ ਕਿਹੜੀ ਕਲਾਸ ਦਾ ਵਿਦਿਆਰਥੀ ਹੈ। ਗੁਰੂ ਕਿਰਪਾ ਕਰੇ। ਹੁਣ ਇਹਦੇ ਚ ਗੁਰਮਤ ਦੇ ਵਿੱਚ ਭਗਤੀ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਜੋੜਨ ਦੀ ਕਿਰਿਆ ਹੈ, ਉਪਾਸਨਾ ਨਾਲ ਮਨ ਨੂੰ ਇਕਾਗਰ ਕਰਨਾ ਹੈ, ਇਹ ਭਗਤ ਯੋਗ ਹੈ। ਭਗਤੀ ਦਾ ਯੋਗ ਕੀ ਹੈ ਮੈਂ ਦੁਬਾਰਾ ਫਿਰ ਦੱਸਣ ਲੱਗਾ। ਭਗਤੀ ਦੁਆਰਾ ਵਾਹਿਗੁਰੂ ਵਿੱਚ ਮਨ ਨੂੰ ਜੋੜਨ ਦੀ ਕਿਰਿਆ, ਉਪਾਸਨਾ ਨਾਲ ਮਨ ਨੂੰ ਇਕਾਗਰ ਕਰਨ ਨੂੰ ਭਗਤ ਯੋਗ ਕਹਿੰਦੇ ਨੇ। ਤੇ ਇਹਦੇ ਵਿੱਚ ਨਿਜਮਨ, ਯਮ, ਅੱਖਰ ਉਹੀ ਨੇ, ਯਮ, ਨੇਮ, ਇਹ ਸਾਰੇ ਉੱਕਣ ਹੀ ਚੱਲਣਗੇ ਜਿਵੇਂ ਹਠ ਯੋਗ ਦੇ, ਪਰ ਇਹਨਾਂ ਦਾ ਅਰਥ ਵੱਖਰਾ ਹੈ। ਉਹ ਕੀ ਹੈ? ਯਮ, ਮਨ ਨੂੰ ਨੀਵਾਂ ਰੱਖਣਾ, ਨਿਮਰਤਾ ਧਾਰਨੀ, ਦੂਜੇ ਦੇ ਅੱਗੇ, ਗੁਰਸਿੱਖ ਦੇ ਅੱਗੇ ਨੀਵਾਂ ਹੋ ਜਾਣਾ। ਇਹ ਔਖੇ ਨਾ, ਧਾਰਨ ਕਰ ਲਈਏ ਤਾਂ ਗੁਰੂ ਦੀ ਖੁਸ਼ੀ ਹੋਊਗੀ ਇਹਦੀ। ਤੇ ਮਨ ਨੂੰ ਨੀਵਾਂ ਰੱਖਣਾ, ਆਪਣੇ ਗੁਣਾਂ ਤੋਂ ਸਦਾ ਹੀ, ਜਿਹੜਾ ਗੁਣ ਵੀ ਹੈ ਨਾ, ਇਹ ਸਮਝਣਾ ਰੱਬ ਦੀ ਦਾਤ ਹੈ, ਉਹਦਾ ਮਾਣ ਨਹੀਂ ਕਰਨਾ, ਨਹੀਂ ਤਾਂ ਗੁਣ ਔਗਣ 'ਚ ਬਦਲ ਜਾਊਗਾ। ਤੇ ਅੱਗੇ ਇਹ ਜਿਹੜਾ ਯਮ ਹੈ ਨਾ, ਤੇ ਇਸ ਨੂੰ 5 ਪ੍ਰਕਾਰ ਦਾ ਅੱਗੇ ਫਿਰ ਇਹਨੂੰ ਮੰਨਿਆ, ਜਿਵੇਂ ਪਿੱਛੇ 5 ਪ੍ਰਕਾਰ, ਇਹ ਵੀ 5 ਪ੍ਰਕਾਰ ਦਾ। ਕੀ? ਧਰਮ, ਆਪਣੇ ਧਰਮ ਵਿੱਚ ਪੱਕੇ ਰਹਿਣਾ, ਅੰਮ੍ਰਿਤ ਛਕ ਕੇ ਨਾ ਧਰਮ ਵਿੱਚ ਪੱਕੇ ਰਹਿਣਾ, ਵੀ ਚਾਹੇ ਸੀਸ ਚਲਿਆ ਜਾਵੇ, ਆਰਾ ਚੱਲ ਜਾਏ, ਖੋਪਰੀ ਲੈ ਜਾ, ਬੰਦ ਕੱਟਿਆ ਜਾਵੇ, ਪੱਕੇ ਰਹਿਣਾ ਧਰਮ ਵਿੱਚ, ਉਹਦੇ ਧਰਮ ਦੇ ਧਾਰ ਨਹੀਂ ਹੋਣਾ। ਦੂਸਰਾ ਧੀਰਜ, ਸੁੱਖ ਦੁੱਖ ਵਿੱਚ ਸੰਬਿਰਤੀ ਰੱਖਣੀ, ਚਿੱਤ ਦਾ ਟਿਕਾਓ ਬਣਿਆ ਰਹੇ। ਕਲੇਸ਼ ਵਿੱਚ ਮਨ ਦੀ ਸਥਿਤੀ ਜਿਹੜੀ ਹੈ ਨਹੀਂ, ਇਸ ਦਾ ਨਾਮ ਧੀਰਜ ਹੈ। ਤੀਸਰਾ ਹੈ ਖਿਮਾ, ਕਿਸੇ ਦੇ ਔਗਣ ਦੇਖ ਕੇ ਉਹਨੂੰ ਮਾਫ ਕਰ ਦੇਣਾ, ਖੋਭ ਨਾ ਕਰਨਾ, ਗੁੱਸਾ ਨਾ ਕਰਨਾ। ਚੌਥੇ ਹੈ ਦਇਆ, ਕਿਸੇ ਦੂਸਰੇ ਨੂੰ ਦੁੱਖ ਨੂੰ ਦੇਖ ਕੇ ਚਿੱਤ ਪਿੰਗਲ ਜਾਣਾ, ਚਿੱਤ ਦਾ ਦਰਬ ਜਾਣਾ, ਇਹਨੂੰ ਦਇਆ ਕਹਿੰਦੇ ਨੇ। ਕਿਸੇ ਨੂੰ ਦੁਖੀ ਦੇਖ ਕੇ ਉਹਦੀ ਸਹਾਇਤਾ ਕਰਨੀ, ਇਹਨੂੰ ਦਇਆ ਕਹਿੰਦੇ ਨੇ। ਜਿਵੇਂ ਖਾਲਸੇ ਨੇ 18,000 ਲੜਕੀ ਛਡਾਈ ਨਹੀਂ ਬੱਲੋ ਦੇ ਹੈਡ ਤੇ ਜਾ ਕੇ, ਪਿੱਛੇ ਪ੍ਰਸੰਗ ਸੁਣੇ ਨੇ। ਪੰਜਵਾਂ ਹਿਰਦਾ ਕੋਮਲ, ਕੋਮਲ ਹਿਰਦਾ, ਚਿੱਤ ਵਿੱਚ ਨਿਰਮਲਤਾਈ ਰੱਖਣੀ, ਨੀਵਾਂ ਰਹਿਣਾ, ਸਭ ਨੂੰ ਚੰਗਾ ਉਪਦੇਸ਼ ਦੇਣਾ, ਸਭ ਦਾ ਭਲਾ ਲੋਚਣਾ, ਅਤੇ ਆਪ ਸਭ ਤੋਂ ਨੀਵੇਂ ਹੋਏ ਰਹਿਣਾ, ਸਰਬੱਤ ਦਾ ਭਲਾ ਮੰਗਣਾ। ਇਹ 5 ਯਮ ਹੈ ਜਿਹੜਾ, ਇਹ 5 ਪ੍ਰਕਾਰ ਦਾ ਦੱਸਿਆ। ਅੱਗੇ ਹੈ ਨੇਮ, ਯਮ, ਨੇਮ। ਇਹ ਜਿਹੜਾ ਨੇਮ ਹੈ, ਅਸੂਲ, ਜਿਹੜੀ ਕੋਈ ਮਰਿਆਦਾ ਬੰਨੀ ਹੈ, ਆਪਣੇ ਆਪ ਨੂੰ ਗੁਰਮਤਿ ਦੇ ਅਸੂਲਾਂ ਵਿੱਚ ਨਿਯਮਬੰਧ ਕਰਨਾ। ਅੱਗੇ ਇਹ ਜਿਹੜਾ ਨੇਮ ਹੈ, ਇਹ 5 ਪ੍ਰਕਾਰ ਦਾ, ਜਿਹੜਾ ਕਹਿੰਦੇ ਵੀ ਫਲਾਣਾ ਬੜਾ ਨਿਤਨੇਮੀਆ ਸਿੰਘ। ਨਿਤਨੇਮ ਤਾਂ ਠੀਕ ਹੈ, ਪਹਿਲਾਂ ਸੁਣ ਤਾਂ ਲਓ ਵੀ ਇਹ ਨਿਤ ਦੇ ਨਿਯਮ ਹੈ ਕੀ। 5 ਨੇ ਇਹ। ਪਹਿਲਾ ਨਿਯਮ ਕੀ ਹੈ? ਇਸ਼ਨਾਨ ਕਰਨਾ, ਉਹ ਵੀ ਟਾਈਮ ਸਿਰ। ਇਸ਼ਨਾਨ ਦਾ ਮਹਾਤਮ ਤੁਸੀਂ ਅੰਮ੍ਰਿਤ ਵੇਲਾ ਸਚਨੋਂ ਵਡਿਆਈ ਵਿਚਾਰ ਉੱਥੇ ਦੁਬਾਰੇ ਵੀ ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਤੇ ਉੱਥੇ ਪੂਰਾ ਵਿਸਥਾਰ ਦੇ ਨਾਲ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਗਈ ਸੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇਸ਼ਨਾਨ 'ਚ ਕਦੇ ਘੌੜ ਨਹੀਂ ਕਰਨੀ। ਉਸ ਵੇਲੇ ਨੀਂਦ ਭਾਵੇਂ ਇਹ ਕਹਿੰਦੀ ਹੋਵੇ, ਪਰ ਗੁਰੂ ਕੀ ਕਹਿੰਦਾ ਉਹ ਗੁਰੂ ਦੀ ਸੁਣਨੀ। ਉਸ ਵੇਲੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠਣਾ ਹੈ, ਗੁਰੂ ਦਾ ਹੁਕਮ ਹੈ ਇਸ਼ਨਾਨ ਕਰਨਾ ਹੈ, ਕਰ ਇਸ਼ਨਾਨ ਸਿਮਰ ਪ੍ਰਭੂ। ਦੂਸਰਾ ਪਾਠ, ਬਾਣੀ ਦਾ ਜਾਪ ਸ਼ੁਰੂ ਕਰ ਲੈਣਾ। ਤੇ ਪਾਠ, ਗੁਰਬਾਣੀ ਸੁਣਨੀ, ਗੁਰਬਾਣੀ ਪੜ੍ਹਨੀ, ਗੁਰੂ ਦੇ ਸਿਧਾਂਤ ਤੋਂ ਬਿਨਾਂ ਹੋਰ ਕੋਈ ਮਿਥਿਆ ਗੱਲ ਨਹੀਂ ਕਰਨੀ, ਇਹ ਨਿਯਮ ਬਣਾ ਲੈਣਾ। ਇਹ ਕੰਨੀ ਨਹੀਂ ਪਾਉਣੀ,
ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਇਹ ਮੈਨੂੰ ਸੁਣੇ ਨਾ ਇਹ ਕੁਛ। ਤੇ ਤੀਸਰਾ ਹੈ ਪੂਜਾ। ਹਿਰਦੇ ਅੰਦਰ ਸਤਿਗੁਰਾਂ ਦੀ ਭਾਵਨਾ ਧਾਰਨ ਕਰਕੇ ਨੇਮ ਦੇ ਨਾਲ ਗੁਰਾਂ ਦੀ ਪੂਜਨ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਆ ਕੇ ਪੂਜਨ ਕਰਨਾ, ਚੌਰ ਕਰਨੀ, ਰਮਾਲੇ, ਇਹ ਇਤਿਆਦਿਕ, ਇਹ ਸਾਰੇ ਪੂਜਾ ਹੈ। ਅੰਦਰ ਹਿਰਦੇ ਗੁਰੂ ਕੀ ਮੂਰਤ ਮਨ ਮੈਂ ਧਿਆਨ, ਇਹ ਪੂਜਾ ਕਰਨੀ ਮਾਨਸਿਕ ਪੂਜਾ ਹੈ। ਅਬੋਲ, ਜਿੰਨਾ ਚਿਰ ਨਿਤਨੇਮ ਕਰਨਾ ਉਹਨਾਂ ਚਿਰ ਬੋਲਣਾ ਨਹੀਂ, ਕੋਈ ਹੋਰ ਵਚਨ ਨਹੀਂ ਬੋਲਣਾ, ਕਿਉਂਕਿ ਬਾਣੀ ਬੋਲ ਰਹੇ ਜਿੰਨਾ ਚ ਪੰਜੇ ਬਾਣੀਆਂ ਨਾ ਹੋ ਜਾਣ, ਵਿਚਾਲੇ ਨਹੀਂ ਬੋਲਣਾ, ਅਰਦਾਸ ਕਰਕੇ ਬੋਲੋ ਮਹਾਰਾਜ ਤੇ ਆਗਿਆ ਲੈ ਕੇ। ਪੰਜਵਾਂ ਦੰਭ ਰਹਿਤ, ਪਖੰਡ ਤੋਂ ਰਹਿਤ ਹੋਣਾ। ਖਾਲਸਾ ਕਦੇ ਦਿਖਾਵਾ ਨਹੀਂ ਕਰਦਾ, ਸਿੱਖ ਨੂੰ ਆਗਿਆ ਨਹੀਂ ਦਿਖਾਵਾ ਕਰਨ ਦੀ। ਗੁਰਾਂ ਦੇ ਸ਼ਬਦ ਦੀ ਕਮਾਈ ਕਰਨੀ ਹੈ, ਤੇ ਕਮਾਈ ਕਰਕੇ ਮਨ ਤੇ ਬਾਣੀ ਸਰੀਰ ਸਾਰੀ ਪਵਿੱਤਰਤਾ ਕਰ ਲੈਣੀ ਹੈ। ਇਹਨਾਂ ਨੂੰ ਪਵਿੱਤਰਤਾ ਇਹ ਪ੍ਰਾਪਤ ਕਰਨੀ ਹੈ, ਗੁਰੂ ਦੇ ਸ਼ਬਦ ਦੇ ਅਨੁਸਾਰ ਹੀ ਹੋ ਕੇ ਵਰਤਣਾ ਹੈ। ਇਹ ਨੇਮ ਹੈ। ਸਤਸੰਗ ਦੇ ਵਿੱਚ ਇਹ ਨੇਮ ਕਰ ਲੈਣਾ ਵੀ ਮੈਂ ਨਾਂਗਾ ਨਹੀਂ ਪਾਉਣਾ, ਇਹ ਨੇਮ ਹੈ। 5 ਪ੍ਰਕਾਰ ਦਾ ਇਹ ਨੇਮ ਹੈ ਗੁਰਮਤਿ ਯੋਗ ਦਾ। ਹੁਣ ਯਮ, ਨੇਮ ਤੇ ਤੀਸਰਾ ਆਸਣ, ਜਿਹੜੇ ਉਹ ਯੋਗ ਦੇ ਆਸਣ। ਉਹਦਾ ਆਸਣ ਕੀ ਹੈ? ਅਕਾਲ ਪੁਰਖ ਵਾਹਿਗੁਰੂ ਵਿੱਚ ਚਿੱਤ ਬਿਰਤੀ ਨੂੰ ਸਥਿਤ ਕਰਨਾ, ਚਿੱਤ ਨੂੰ ਪ੍ਰਮਾਤਮਾ ਦੇ ਵਿੱਚ। ਆਸਣ ਨਾਮ ਸਥਿਤ ਸ਼ਬਦ ਦਾ ਅਭਿਆਸ, ਗੁਰਮੂਰਤ ਗੁਰ ਸ਼ਬਦ ਹੈ, ਇਹ ਆਸਣ ਲਾਉਣਾ ਹੈ। ਤੇ ਇਸ ਤੋਂ ਅੱਗੇ ਆ ਗਿਆ ਤੇ ਪ੍ਰਾਣਾਯਾਮ ਜਿਹੜਾ ਹੈ, ਤੇ ਇਹਦੇ ਵਿੱਚ ਗੁਰਮਤਿ ਦੇ ਯੋਗ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਅਬੋਲ ਅਵਸਥਾ ਨਿਤਨੇਮ ਕਰਦੇ ਬੋਲਣੀ, ਦਮ ਨਹੀਂ ਕਰਨਾ। ਆਸਣ ਤੀਸਰਾ ਇਹ ਦੱਸਿਆ, ਬਿਰਤੀ ਨੂੰ ਸਥਿਤ ਕਰਨਾ, ਤੇ ਇਸ ਪ੍ਰਕਾਰ ਦੇ ਨਿਯਮਾਂ ਦੇ ਵਿੱਚ ਪੱਕੇ ਹੋਣਾ। ਤੇ ਪ੍ਰਾਣਾਯਾਮ ਇਹ 3 ਪ੍ਰਕਾਰ ਦਾ ਹੈ, ਯਮ, ਨੇਮ, ਆਸਣ, ਪ੍ਰਾਣਾਯਾਮ। ਚੌਥਾ ਆ ਗਿਆ ਨਾ ਪ੍ਰਾਣਾਯਾਮ। ਇੱਕ ਤਾਂ ਹੈ ਪੂਰਕ, ਰੇਚਕ, ਪੂਰਕ, ਕੁੰਭਕ, ਇਹ 3 ਆਉਂਦੇ ਆ ਨਾ। ਇਧਰ ਭਗਤ ਯੋਗ ਚ ਕਿਹੜੇ ਨੇ? ਪੂਰਕ, ਸਤਿਗੁਰਾਂ ਦੇ ਅਮੋਲਕ ਬਚਨਾਂ ਨੂੰ ਸਰਵਣ ਕਰਕੇ ਅੰਦਰ ਖਿੱਚ ਲੈਣੇ, ਉਹ ਜਿਵੇਂ ਉਹ ਸਵਾਸ ਅੰਦਰ ਖਿੱਚਦੇ ਆ, ਇਹਨੂੰ ਪੂਰਕ ਕਹਿੰਦੇ ਨੇ। ਕੁੰਭਕ, ਆਤਮ ਵਸਤੂ ਨੂੰ ਸਮਝ ਕੇ ਗੁਰਾਂ ਦੇ ਬਚਨਾਂ ਦੁਆਰਾ ਉਹਦੇ ਵਿੱਚ ਸਥਿਤ ਕਰ ਲੈਣਾ, ਆਪਣੇ ਆਪ ਨੂੰ ਅਭਿਆਸ ਕਰਦੇ ਰਹਿਣਾ, ਸਤਿਗੁਰਾਂ ਦੇ ਬਚਨਾਂ ਨੂੰ ਕਦੇ ਵੀ ਤਿਆਗਣਾ ਨਹੀਂ, ਵਾਹਿਗੁਰੂ ਮੰਤਰ ਨੂੰ ਹਮੇਸ਼ਾ ਹਿਰਦੇ ਵਿੱਚ ਠਹਿਰਾਉਣਾ, ਇਹਦਾ ਨਾਮ ਹੈ ਕੁੰਭਕ। ਰੇਚਕ, ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਜੋ ਸਤਿਗੁਰਾਂ ਨੇ ਬਚਨਾਂ ਵਿੱਚ ਕਹਿ ਦਿੱਤਾ ਵੀ ਆਹ ਸਿੱਖਾ ਤਿਆਗ ਦੇ ਕਾਮ ਕਰੋ, ਲੋਭ ਮੋਹ ਹੰਕਾਰ, ਕੁਸੰਗਤ ਤਿਆਗ ਦੇ, ਝੂਠ ਬੋਲਣਾ ਤਿਆਗ ਦੇ, ਉਸ ਨੂੰ ਤਿਆਗ ਦੇਣਾ, ਤੇ ਵੱਡਾ ਸੁੱਖ ਮੰਨਦਾ, ਵੱਡਾ ਸੁੱਖ ਪ੍ਰਾਪਤ ਹੋ ਜਾਂਦਾ ਹੈ। ਇਸ ਨੂੰ ਰੇਚਕ ਦੀ ਨਿਆਈ ਕਿਹਾ ਹੈ। ਇਹ ਪ੍ਰਕਾਰ ਦੇ ਗੁਰਮਤਿ ਦੇ ਅਸੂਲ ਇਹ ਪ੍ਰਾਣਾਯਾਮ ਹੈ। 5ਵਾਂ ਹੋ ਗਿਆ ਪ੍ਰਾਤਾਹਾਰ। ਮਨ ਦੀਆਂ ਬਾਸ਼ਾਂ ਨੂੰ ਸੂਖਮ ਕਰਕੇ ਮਨ ਨੂੰ ਆਤਮਾ ਵਿਚਾਰ ਦੇ ਵਿੱਚ ਜੋੜ ਕੇ ਪ੍ਰਾਤਾਹਾਰ ਕਹਿੰਦੇ ਨੇ। ਸਭ ਵਿੱਚ ਇੱਕੋ ਅਕਾਲ ਪੁਰਖ ਨੂੰ ਹੀ ਜਾਣਨਾ। ਧਾਰਨਾ, ਇਹ 6ਵਾਂ ਅੰਗ ਹੈ ਯੋਗ ਦਾ। ਇਧਰ ਭਗਤੀ ਯੋਗ ਦਾ ਵੀ 6 ਹੈ। ਜਦੋਂ ਮਨ ਸੰਕਲਪਾਂ ਵਿਕਲਪਾਂ ਵਿੱਚ, ਕਿਉਂ ਮਨ ਦਾ ਸੁਭਾਅ ਹੈ, ਮਨ ਸੰਕਲਪਾਂ ਵਿਕਲਪਾਂ ਵਿੱਚ ਜਾਵੇ ਤਾਂ ਉਸ ਨੂੰ ਰੋਕ ਕੇ ਫਿਰ ਸ਼ਬਦ ਵਿੱਚ ਜੋੜਨਾ, ਇਹ ਧਾਰਨਾ। ਧਿਆਨ 7ਵਾਂ, ਗੁਰਬਾਣੀ ਪੜ੍ਹਨ ਸੁਣਨ ਬੈਠੇ, ਪੜ੍ਹਦੇ ਆ, ਸੁਣਦੇ ਆ, ਬੈਠੇ, ਉਸ ਵੇਲੇ ਸਤਿਗੁਰੂ ਦੇ ਸ਼ਬਦ ਅਰਥ ਵਿੱਚ ਮਨ ਦੀ ਬਿਰਤੀ ਨੂੰ ਜੋੜ ਕੇ ਰੱਖਣਾ, ਹੋਰ ਸੰਕਲਪ ਵਿਕਲਪ ਨਹੀਂ ਆਉਣ ਦੇਣਾ। ਇਹ ਮਰਿਆਦਾ ਹੈ। ਜੇ ਕੋਈ ਇਹ ਮਰਿਆਦਾ ਵਿੱਚ ਸ਼ਬਦ, ਜਦੋਂ ਹੁਣ ਤੁਸੀਂ ਅੱਖਰ ਦੇਖ ਰਹੇ ਹੋ, ਤੁਹਾਡੇ ਕੋਲ ਗੁਰਬਾਣੀ ਦਾ ਮੂਲ ਪਾਠ ਹੈ, ਉਹਦੇ ਨਾਲ ਨਾਲ ਅਰਥ ਸਮਝਣਾ। ਜੇ ਸੁਰਤੀ ਹੋਰ ਪਾਸੇ ਲੈ ਕੇ ਜਾਈਏ, ਇਹ ਮਹਾਰਾਜ ਨੂੰ ਮਨਜ਼ੂਰ ਨਹੀਂ ਹੈ। ਤੇ 8ਵੀਂ ਸਮਾਧ, ਜਿਸ ਵੇਲੇ ਮਨ ਕੁਝ ਸਮਾਂ ਗੁਰ ਸ਼ਬਦ ਸਥਿਤ ਹੋਣ ਲੱਗ ਜਾਵੇ, ਫਿਰ ਤਨ ਮਨ ਨੂੰ ਸਾਧ ਕੇ 8 ਪੈਰ ਸ਼ਬਦ ਦਾ ਰਸ ਲਵੇ, ਹਉਮੈ ਮੇਟ ਕੇ ਪੂਰਨ ਪਰਮਾਤਮਾ ਵਿੱਚ ਸਮਾ ਜਾਵੇ, ਤੇ ਇਸ ਨੂੰ ਪੂਰਨ ਸਮਾਧੀ ਕਹਿੰਦੇ ਨੇ। ਗੁਰਮੁਖ ਜਨਾਂ ਦਾ ਗੁਰ ਸ਼ਬਦ, ਗੁਰੂ ਤੇ ਵਾਹਿਗੁਰੂ, ਉਸ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਧਿਆਨ ਹੈ, ਵੀ ਉਹਦੇ ਵਿੱਚ ਰੁਕੇ ਰਹਿਣਾ, ਧਿਆਨ ਹੋਰ ਪਾਸੇ ਨਾ ਜਾਣ ਦੇਣਾ, ਇਹ ਜੁੜ ਜਾਣਾ, ਇਹੀ ਸਮਾਧੀ ਹੈ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਇਹ ਪੌੜੀ ਦੇ ਅੰਦਰ, ਜਿੱਥੇ ਯੋਗੀਆਂ ਦੀ ਗੱਲ ਸੀ, ਕਿਉਂਕਿ ਯੋਗ ਦੀਆਂ 4 ਸਿੱਧੀਆਂ ਪੌੜੀਆਂ, ਮੁੰਦਾ ਸੰਤੋਖ ਤੇ ਆਸਣ ਲੋਏ ਲੋਏ ਭੰਡਾਰ ਤੱਕ, ਇਹ ਯੋਗ ਦੇ ਨਿਯਮ ਤਾਂ ਇੱਥੇ ਕਹੇ ਹੈ ਤਾਂ ਕਿ ਯੋਗੀਆਂ ਨੂੰ, ਤੇ ਜੇ ਕੋਈ ਯੋਗ ਮਤ ਦਾ ਹੁਣ ਵੀ ਗੁਰਸਿੱਖ ਨੂੰ ਮਿਲੇ, ਇਹ ਤੁਹਾਡੇ 8 ਨਿਯਮ ਨੇ ਪ੍ਰਾਣਾਯਾਮ ਆਸ, ਸਾਡੇ ਕੋਲ ਵੀ ਹੈਗੇ। ਉਹ ਜਦੋਂ ਕਹੋਗੇ ਤੁਸੀਂ, ਉਹਦਾ ਪ੍ਰਭਾਵ ਪਊਗਾ ਵੀ ਸਿੱਖੋ, ਉਹ ਕਹਿਣਗੇ ਯੋਗੀ ਜੀ ਤੁਹਾਡੇ ਨਿਯਮ ਸਾਡੇ ਨਾਲੋਂ ਜ਼ਿਆਦਾ ਸਾਰਥਕ ਚੰਗੇ ਨੇ। ਇਹ 31ਵੀਂ ਪੌੜੀ ਦਾ ਮੁੱਖ ਭਾਵ ਕੀ ਹੈ? ਇਸ ਪੌੜੀ ਸਤਿਗੁਰਾਂ ਨੇ ਫਰਮਾਇਆ ਕਿ ਉਸ ਵਾਹਿਗੁਰੂ ਦਾ ਸਾਰਿਆਂ ਲੋਕਾਂ ਵਿੱਚ ਆਸਣ ਹੈ, ਸਾਰਿਆਂ ਲੋਕਾਂ ਵਿੱਚ ਉਸ ਦਾ ਭੰਡਾਰਾ ਹੈ, ਜੋ ਕੁਛ ਬਖਸ਼ਦਾ ਹੈ ਇੱਕੋ ਵਾਰੀ ਪ੍ਰਲਭਤ ਰੂਪ ਹੋ ਕੇ ਬਖਸ਼ ਦਿੰਦਾ ਹੈ। ਉਤਪਤੀ, ਪਾਲਣਾ ਤੇ ਲੈਤਾ ਕਰਕੇ
ਇਹ ਉਹਦਾ ਕਰ ਕਰਕੇ ਵੇਖ ਰਿਹਾ ਹੈ। ਸਭ ਸ੍ਰਿਸ਼ਟੀ ਨੂੰ ਦੇਖਭਾਲ ਵੀ ਆਪ ਕਰਦੇ, ਕੀੜਿਆਂ ਤੱਕ ਵੀ ਰੋਜ਼ ਭਗਵਾਨ ਕੀ ਰੋਜੀ ਨਾ ਟਾਲੇ। ਸੱਚੇ ਦੀ ਭਗਤੀ ਰੂਪੀ ਕਾਰ ਸੱਚੀ ਹੈ। ਸਿੱਧਾਂ ਨੂੰ ਕਿਹਾ ਸੀ ਜੋ ਪ੍ਰਕਾਸ਼ ਰੂਪ ਵਿੱਚ ਸਥਿਤੀ ਕਰਨੀ ਹੈ, ਇਹੋ ਸਾਡਾ ਆਸਣ ਹੈ। ਮਨ ਦਾ ਪ੍ਰਕਾਸ਼ ਰੂਪ ਜੋ ਗਿਆਨ ਸਹਿਤ ਹੋਵੇ, ਇਹ ਸੁੱਧ ਚਿੱਤ ਸਾਡਾ ਭੰਡਾਰਾ ਹੈ। ਅਸੀਂ ਅਕਾਲ ਪੁਰਖ ਤੋਂ ਜੋ ਨਾਮ ਮੰਤਰ ਲੈ ਕੇ ਆਏ ਹਾਂ, ਤੇ ਉਹ ਮੰਤਰ ਦਾ ਜਿਹੜਾ ਇੱਕੋ ਵਾਰੀ ਅਸੀਂ ਪਾ ਲਿਆ, ਇੱਕੋ ਵਾਰੀ ਗੁਰਸਿੱਖਾਂ ਨੂੰ ਅੱਗੇ ਦੇ ਦਿੱਤਾ ਹੈ ਵੀ ਮੂਲ ਮੰਤਰ ਦਾ ਜਾਪ ਕਰੋ, ਵਾਹਿਗੁਰੂ ਦਾ ਜਾਪ ਕਰੋ। ਜਿਵੇਂ ਹੱਥ ਤੇ ਹੱਥ ਧਰ ਕੇ ਵੇਖ ਲਈਦਾ, ਅਤੀ ਅੰਤ ਨੇੜੇ ਕਰਕੇ, ਇਸੇ ਤਰ੍ਹਾਂ ਸਿਰਜਣਹਾਰ ਨੂੰ ਫਿਰ ਇਸ ਤਰੀਕੇ ਨਾਲ ਵੇਖ ਲਈਦਾ ਹੈ। ਸਿਖਿਆਤਾਕਾਰ ਹੋ ਜਾਂਦੀ ਹੈ। ਆਪ ਸੱਚੇ ਵਾਹਿਗੁਰੂ ਦੀ ਭਗਤੀ ਕਰਦੇ ਹਾਂ ਤੇ ਗੁਰਸਿੱਖਾਂ ਤੋਂ ਕਰਾਉਂਦੇ ਹਾਂ। ਮਹਾਰਾਜ ਨੇ ਸਿੱਧਾਂ ਨੂੰ ਕਿਹਾ ਸੀ ਇਹ ਸਾਡੀ ਕਾਰ ਹੈ, ਉਸ ਨੂੰ ਨਮਸਕਾਰ ਜੋ ਸਦਾਈ ਆਦਿ ਰੂਪ ਹੈ, ਈਸ਼ਵਰ ਹੈ, ਕਲੰਕਾਂ ਤੋਂ ਰਹਿਤ ਹੈ। ਜੁਗਾਂ ਜੁਗਾਂ ਵਿੱਚ ਉਸੇ ਇੱਕ ਦਾ ਹੀ ਸਰੂਪ ਹੈ। 31ਵੀਂ ਪੌੜੀ ਦੇ ਕੁੱਲ 171 ਅੱਖਰ ਸਨ ਜਿਨ੍ਹਾਂ ਦੇ ਵਿੱਚ ਬ੍ਰਹਮ ਗਿਆਨ ਕਥਨ ਕੀਤਾ ਹੈ। ਆਓ ਹੁਣ ਅੱਗੇ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਜੀ ਸਤਿਗੁਰੂ ਜੀ, ਪੜ੍ਹਨ ਸੁਣਨ ਵਾਲੇ ਸਾਰਿਆਂ ਤੇ ਖਿਮਾ ਰੱਖਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਇੱਥੇ ਹੀ ਸਮਾਪਤੀ ਹੈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।